राग गूजरी महला पंजवा। काहे रे मन चित मह उद्दम, जां आहर हर जियो परया। सैल पत्थर में जंत उपाए, ताका रिज़क आगे कर धरिया। राग गूजरी है ਤੇ ਪੰਚਮ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਇਹ ਸ਼ਬਦ ਹੈ। ਸਤਿਗੁਰ ਜੀ ਇੱਥੇ ਮਨ ਦੇ ਨਾਲ ਗੱਲ ਕਰ ਰਹੇ ਹਨ ਤੇ ਫਿਰ ਅਰਜ਼ ਕਰਾਂ, ਇਹ ਸ਼ਬਦ ਪੜ੍ਹਨ ਲੱਗਿਆਂ ਜੇ ਸਾਡਾ ਮਨ ਹੀ ਹਾਜ਼ਰ ਨਹੀਂ, ਅਸੀਂ ਖੁਦ ਹੀ ਹਾਜ਼ਰ ਨਹੀਂ, ਫਿਰ ਇਹ ਕਿਹਨੂੰ ਕਿਹਾ ਜਾ ਰਿਹਾ ਹੈ? ਜਿਵੇਂ ਇਸ ਤੋਂ ਪਹਿਲਾ ਸ਼ਬਦ ਜਿਹੜਾ ਵਿਚਾਰਿਆ ਹੈ, ਉੱਥੇ ਇਹ ਵਿਚਾਰ ਹੋਈ ਸੀ ਕਿ ਹਰ ਕੇ ਜਨ ਸਤਿਗੁਰ ਸਤਿਪੁਰਖਾ ਕਹਿਣ ਲੱਗਿਆਂ ਸਾਡੀ ਸੁਰਤ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੋਣੇ ਚਾਹੀਦੇ ਹਨ ਕਿ ਉਹਨਾਂ ਨੂੰ ਅਸੀਂ ਕਹਿ ਰਹੇ ਹਾਂ। ਇੱਥੇ ਅਸੀਂ ਖੁਦ ਹਾਜ਼ਰ ਹੋਣੇ ਚਾਹੀਦੇ ਹਾਂ। ਅਸੀਂ ਆਪਣੇ ਆਪ ਨਾਲ ਗੱਲ ਕਰ ਰਹੇ ਹਾਂ, ਆਪਣੇ ਮਨ ਦੇ ਨਾਲ ਗੱਲ ਕਰ ਰਹੇ ਹਾਂ। ਮਨੁੱਖ ਆਪਣੇ ਮਨ ਨਾਲ ਗੱਲ ਨਹੀਂ ਕਰਦਾ। ਮਨ ਇਹਨੂੰ ਕਹਿੰਦਾ ਰਹਿੰਦਾ ਬਹੁਤ ਕੁਝ, ਇਹ ਉਸੇ ਤਰੀਕੇ ਨਾਲ ਕਰੀ ਜਾਂਦਾ ਸਾਰਾ ਕੰਮ, ਪਰ ਇਹਨੇ ਕਦੇ ਮਨ ਨੂੰ ਨਹੀਂ ਕਿਹਾ ਕਿ ਮਨਾ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰ। ਅਸੀਂ ਮਨ ਦੇ ਗੁਲਾਮ ਹੁੰਦੇ ਆ। ਮਨ ਚਾਹੁੰਦਾ ਇਹ ਚੀਜ਼ ਦੇਖਣੀ ਹੈ, ਅੱਖਾਂ ਉੱਧਰ ਤੁਰ ਪੈਂਦੀਆਂ ਨੇ। ਮਨ ਕਹਿੰਦਾ ਇਹ ਗੱਲ ਸੁਣਨੀ ਹੈ, ਕੰਨ ਉੱਧਰ ਨੂੰ ਸ਼ੁਰੂ ਹੋ ਜਾਂਦੇ ਨੇ। ਮਨ ਕਹਿੰਦਾ ਇਹ ਚੀਜ਼ ਚੱਖਣੀ ਹੈ, ਖਾਣੀ ਹੈ, ਜ਼ੁਬਾਨ ਉਹਦਾ ਰਸ ਲੈਣਾ ਸ਼ੁਰੂ ਕਰ ਦਿੰਦੀ ਹੈ। ਉੱਧਰ ਜਾਣਾ ਹੈ, ਪੈਰ ਉੱਧਰ ਤੁਰ ਪੈਂਦੇ ਨੇ। ਆਹ ਕੰਮ ਕਰਨਾ ਹੈ, ਹੱਥ ਉੱਧਰ ਨੂੰ ਤੁਰ ਪੈਂਦੇ ਨੇ। ਅਸੀਂ ਕਦੇ ਤੇ ਕਹੀਏ ਐ ਮਨਾ ਦੇਖ, ਤੇਰਾ ਕਿਹਾ ਮੈਂ ਕਦੇ ਮੋੜਿਆ ਨਹੀਂ, ਮੈਂ ਹਮੇਸ਼ਾ ਤੇਰੀ ਗੱਲ ਮੰਨੀ ਹੈ। ਜਿੱਧਰ ਤੂੰ ਲੈ ਕੇ ਗਿਆ ਉੱਧਰ ਨੂੰ ਤੁਰਿਆ, ਪਰ ਭਲਿਆ ਅੱਜ ਮੇਰੀ ਇੱਕ ਗੱਲ ਮੰਨੇਗਾ? ਅੱਜ ਮੇਰੇ ਆਖੇ ਲੱਗ ਕੇ ਆ ਚੱਲੀਏ ਗੁਰੂ ਦੇ ਕੋਲ, ਆ ਅਸੀਂ ਇਕੱਠੇ ਬਹਿ ਕੇ ਗੁਰਬਾਣੀ ਦੀ ਵਿਚਾਰ ਕਰੀਏ, ਆ ਗੁਰੂ ਦੀ ਕੋਈ ਬਾਤ ਤੈਨੂੰ ਸੁਣਾਵਾਂ ਤੇ ਮਨ ਨੂੰ ਟਿਕਾ ਕੇ, ਮਨ ਨੂੰ ਸੰਬੋਧਨ ਕਰਕੇ ਕਹੀਏ, ਕਾਹੇ ਰੇ ਮਨ ਚਿਤਵਹਿ ਉਦਮ। ਉਦਮ ਦਾ ਸ਼ਾਬਦਿਕ ਅਰਥ ਹੈ ਮਿਹਨਤ, ਪਰਿਸ਼ਰਮ। ਉਦਮ ਤੇ ਕਰਨਾ ਹੈ। ਸਾਡੇ ਸੁਨਹਿਰੀ ਅਸੂਲਾਂ ਵਿੱਚੋਂ, ਤਿੰਨ ਮੁੱਢਲੇ ਅਸੂਲਾਂ ਵਿੱਚੋਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਤੇ ਕਰਨੀ ਹੈ, ਉਦਮ ਤੇ ਕਰਨਾ ਹੈ। ਵੇਲਣਾ ਨੂੰ ਕੋਈ ਥਾਂ ਨਹੀਂ ਗੁਰਮਤ ਦੇ ਵਿੱਚ। ਜਿਨ੍ਹਾਂ ਨੇ ਆਪਣਾ ਕੰਮਕਾਰ ਛੱਡ ਕੇ ਜੰਗਲਾਂ ਜਾਂ ਪਹਾੜਾਂ ਵਿੱਚ ਡੇਰਾ ਲਾ ਲਿਆ, ਸਤਿਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਮਾਊ ਪਿਊ ਦੀ ਕਿਰਤ ਗਵਾਇਨ, ਰੋਵਨ ਟੱਬਰ ਧਾਹੀ ਵਾਲੀ ਬਾਤ। ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਕਿਰਤ ਸਿੱਖ ਨੇ ਕਰਨੀ ਹੈ, ਕਿਉਂਕਿ ਕਰਤਾ ਪੁਰਖ ਦਾ ਪੁਜਾਰੀ ਹੈ, ਜਿਹਦਾ ਰੱਬ ਅਕਾਲ ਪੁਰਖ ਵਾਹਿਗੁਰੂ ਇਹਨਾਂ ਗੁਣਾਂ ਨਾਲ ਭਰਪੂਰ ਹੈ ਕਿ ਉਹ ਕਰਨ ਵਾਲਾ ਹੈ। ਤੇ ਸਿੱਖ ਵਿਹਲੜ ਕਿਵੇਂ ਰਹਿ ਸਕਦਾ ਹੈ? ਉਹਦੇ ਜੀਵਨ ਵਿੱਚ ਉਦਮ ਹੋਏਗਾ। ਇਸ ਕਰਕੇ ਚੇਤੇ ਰੱਖਿਓ, ਸਿੱਖ ਜਿਸ ਕੰਪਨੀ ਵਿੱਚ ਜਾਏ, ਸਿੱਖ ਹੋਣਾ ਚਾਹੀਦਾ ਹੈ, ਗੁਰਮਤਿ ਉਹਦੇ ਅੰਦਰ ਹੋਣੀ ਚਾਹੀਦੀ ਹੈ। ਜਿਸ ਮਰਜ਼ੀ ਕੰਪਨੀ ਵਿੱਚ ਜਾਏ, ਜਿਸ ਮਰਜ਼ੀ ਆਫਿਸ ਵਿੱਚ ਜਾਏ, ਉਹ ਆਫਿਸ, ਉਹ ਕੰਪਨੀ ਤਰੱਕੀ ਕਰੇਗੀ। ਕਿਉਂ? ਕਿਉਂਕਿ ਕਰਤਾ ਪੁਰਖ ਦਾ ਪੁਜਾਰੀ ਬੈਠਾ, ਕਿਰਤ ਕਰੇਗਾ, ਰੱਜ ਕੇ ਕਿਰਤ ਕਰੇਗਾ, ਕੰਪਨੀ ਨੂੰ ਘਾਟਾ ਨਹੀਂ ਪਏਗਾ। ਮੈਨੂੰ ਤ੍ਰਿਲੋਕ ਸਿੰਘ ਜੀ ਸੂਰੀ ਕਰਕੇ ਵੀ ਉਹਨਾਂ ਨੂੰ ਜਾਣਦੇ ਹਨ, ਉਹਨਾਂ ਦਾ ਇੱਕ ਵਾਕਿਆ ਯਾਦ ਆ ਗਿਆ। ਸਿੱਖੀ ਗੁਣ ਸਨ ਉਹਨਾਂ ਦੇ ਵਿੱਚ। ਕਹਿੰਦੇ ਜਦੋਂ ਮੈਨੂੰ ਨੌਕਰੀ ਮਿਲੀ ਨਾ, ਤੇ ਮੇਰੇ ਨਾਲ ਦੇ ਕਈ ਬੰਦੇ ਮੈਨੂੰ ਕਹਿਣ ਲੱਗ ਪਏ, ਤੂੰ ਮਰਵਾਏਂਗਾ ਸਾਨੂੰ। ਕਾਰਨ ਇਹ ਕਿ ਮਿਹਨਤੀ ਬੜੇ ਸਨ। ਕਹਿੰਦੇ ਉਹਨਾਂ ਦੇ ਅਫਸਰ ਨੇ ਉਹਨਾਂ ਨੂੰ ਇੱਕ ਦਿਨ ਸੱਦਿਆ ਤੇ ਕਹਿਣ ਲੱਗੇ, ਮਿਸਟਰ ਸਿੰਘ ਇੱਕ ਗੱਲ ਦੱਸ ਵੀ ਇਹ ਬੰਦੇ ਤੇਰੇ ਤੋਂ ਪਹਿਲਾਂ ਕੰਮ ਕਰ ਰਹੇ ਨੇ ਔਰ ਇਹਨਾਂ ਨੂੰ ਐਕਸਪੀਰੀਅੰਸ ਤੇਰੇ ਨਾਲ ਜ਼ਿਆਦਾ ਹੈ, ਪਰ ਜੇ ਇਹ 3 ਚੀਜ਼ਾਂ ਬਣਾਉਂਦੇ ਨੇ, ਤੂੰ 5 ਚੀਜ਼ਾਂ ਕਿਵੇਂ ਬਣਾ ਦਿੰਦਾ? ਸਮਝ ਨਹੀਂ ਆਈ। ਉਹਨਾਂ ਨੇ ਉਦੋਂ ਜਵਾਬ ਬੜਾ ਖੂਬਸੂਰਤ ਦਿੱਤਾ ਸੀ। ਉਹਨਾਂ ਨੇ ਕਿਹਾ, ਕਿਉਂਕਿ ਮੈਂ ਕਰਤਾ ਪੁਰਖ ਦਾ ਪੁਜਾਰੀ ਹਾਂ, ਮੈਂ ਵਿਹਲਾ ਨਹੀਂ ਰਹਿ ਸਕਦਾ। ਜੇ ਇਹ ਵੀ 2 ਬਣਾਉਣ, ਮੈਂ ਵੀ 2 ਬਣਾਵਾਂ, ਤੇ ਮੇਰੇ ਤੇ ਇਹਦੇ ਵਿੱਚ ਫਰਕ ਕੀ ਰਹਿ ਗਿਆ ਇਹਨਾਂ ਵਿੱਚ? ਸੋ ਕਹਿਣ ਦਾ ਭਾਵ, ਸਿੱਖ ਦੇ ਜੀਵਨ ਵਿੱਚ ਉਦਮ ਹੈ, ਪਰ ਸਿੱਖ ਦੇ ਜੀਵਨ ਵਿੱਚ ਚਿੰਤਾ ਨਹੀਂ ਹੈ।
ਕਿਉਂਕਿ ਉਹ ਜਾਣਦਾ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਾਡੀ ਸਾਰਿਆਂ ਦੀ ਚਿੰਤਾ ਹੈ, ਉਦਮ ਤੇ ਕਰਦਾ ਹੈ ਪਰ ਚਿੰਤਾ ਨਹੀਂ ਕਰਦਾ। ਪਰ ਜਿਨ੍ਹਾਂ ਦਾ ਮਨ ਹਰ ਵੇਲੇ ਚਿੰਤਾ ਹੀ ਕਰੀ ਜਾਂਦਾ ਹੈ, ਕੀ ਬਣੇਗਾ ਮੇਰਾ, ਕੀ ਬਣੇਗਾ ਮੇਰੇ ਬੱਚਿਆਂ ਦਾ, ਕਿਸ ਤਰ੍ਹਾਂ ਸਭ ਕੁਝ ਹੋਏਗਾ। ਹਜ਼ੂਰ ਉਸ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਐ ਮਨਾ ਤੂੰ ਕਿਉਂ ਚਿੰਤਾ ਕਰਦਾ ਹੈ, ਕਿਉਂ ਸੋਚਾਂ ਤੇ ਫਿਕਰਾਂ ਵਿੱਚ ਗਲਤਾਨ ਹੋਇਆ ਪਿਆ ਹੈ। ਫਿਰ ਇੱਕ ਬੜੀ ਪਿਆਰੀ ਗੱਲ ਕਹੀ, ਜਿਸ ਵਾਸਤੇ ਤੂੰ ਚਿੰਤਾ ਕਰੇ, ਪਰ ਚਿੰਤਾ ਕਰਨ ਦੇ ਕੁਝ ਕਾਰਨ ਹੁੰਦੇ ਨੇ। ਇੱਕ ਸਾਡਾ ਬੱਚਾ ਹੈ, ਉਹਨੇ ਹਜੇ ਹੁਣੇ ਗੱਡੀ ਚਲਾਉਣੀ ਸਿੱਖੀ ਹੈ, ਪੂਰੀ ਤਰ੍ਹਾਂ ਚਲਾਉਣੀ ਨਹੀਂ ਆਉਂਦੀ, ਉਹ ਗੱਡੀ ਲੈ ਗਿਆ। ਮਾਂ ਚਿੰਤਾ ਕਰੇ ਤੇ ਕੋਈ ਗੱਲ ਬਣਦੀ ਹੈ, ਕੋਈ ਕਾਰਨ ਹੈ। ਬੱਚੇ ਨੂੰ ਚਲਾਉਣੀ ਨਹੀਂ ਆਉਂਦੀ ਚੰਗੀ ਤਰ੍ਹਾਂ, ਵੀ ਗੱਡੀ ਲੈ ਕੇ ਗਿਆ, ਉਹਦਾ ਐਕਸੀਡੈਂਟ ਹੋ ਸਕਦਾ ਹੈ, ਚਿੰਤਾ ਕਰੇ, ਉਹਦੇ ਪਿੱਛੇ ਕਾਰਨ ਹੈ। ਸਾਡੇ ਨੌਕਰ ਕੰਮ ਕਰਨ, ਅਸੀਂ ਚਿੰਤਾ ਕਰ ਸਕਦੇ ਹਾਂ ਵੀ ਪਤਾ ਨਹੀਂ ਸਾਡਾ ਹਿਤੂ ਹੋਵੇਗਾ ਕਿ ਨਹੀਂ, ਚੰਗੀ ਤਰ੍ਹਾਂ ਕਰੇਗਾ ਕਿ ਨਹੀਂ ਕਰੇਗਾ, ਅਸੀਂ ਉਹਨਾਂ 'ਤੇ ਧਿਆਨ ਰੱਖੀਏ। ਪਰ ਹਜ਼ੂਰ ਕਹਿੰਦੇ ਤੂੰ ਚਿੰਤਾ ਉਸ ਗੱਲ ਦੀ ਕਰਦਾ ਹੈ ਜਿਸ ਕੰਮ ਨੂੰ ਰੱਬ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਹੈ। ਹੁਣ ਰੱਬ ਵੱਲ ਵੇਖੀਏ ਕਿ ਰੱਬ ਵਿੱਚ ਕਿਸੇ ਚੀਜ਼ ਦੀ ਘਾਟ ਹੈ। ਕੱਲ ਵੀ ਇਹ ਬਚਨ ਸਾਂਝੇ ਕੀਤੇ ਸਨ, ਸਭਨਾ ਗੱਲਾਂ ਸਮਰੱਥ ਸੁਆਮੀ, ਉਹ ਤੇ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਉਹ ਕੰਮ ਵਿੱਚ ਲੱਗਾ ਹੋਇਆ, ਅਸੀਂ ਚਿੰਤਾ ਕਿਉਂ ਕਰੀਏ। ਸਾਡਾ ਪਿਤਾ ਲੱਗਾ ਹੋਵੇ ਕੰਮ ਵਿੱਚ ਤੇ ਇੱਕ ਅਣਜਾਣ ਜਿਹਾ ਬੱਚਾ ਚਿੰਤਾ ਕਰੀ ਜਾਏ ਵੀ ਕਿਤੇ ਕੰਮ ਖਰਾਬ ਨਾ ਹੋ ਜਾਏ, ਹੱਦ ਹੋ ਗਈ, ਬੜਾ ਮੂਰਖ ਹੈ। ਤੇਰਾ ਪਿਤਾ ਬੜਾ ਸਿਆਣਾ ਹੈ, ਜੇ ਜ਼ਿੰਮੇਵਾਰੀ ਉਹਦੇ ਉੱਤੇ, ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਇਸੇ ਤਰੀਕੇ ਨਾਲ ਹਜ਼ੂਰ ਸਮਝਾਉਂਦੇ ਨੇ ਕਿ ਮਨ ਦੇ ਨਾਲ ਗੱਲ ਕਰੀਏ, ਤੈਨੂੰ ਕਹੀਏ ਤੂੰ ਉਹਨਾਂ ਸੋਚਾਂ ਫਿਕਰਾਂ ਵਿੱਚ ਪਿਆ ਹੈ, ਨਾ ਪੈ, ਕਿਉਂਕਿ ਜਾ ਆਹਰ, ਜਾ ਮੈਨੇ ਜਿਸ, ਆਹਰ ਦਾ ਅਰਥ ਹੈ ਕੰਮ, ਆਹਰ ਦੇ ਰਾਰੇ ਨੂੰ ਲੱਗੀ ਸਿਹਾਰੀ, ਜਿਸ ਕੰਮ ਵਿੱਚ, ਜਿਸ ਆਹਰ ਵਿੱਚ ਹਰ ਜੀਉ ਭਰਿਆ, ਹਰ ਜੀ ਆਪ ਪਿਆ ਹੋਇਆ, ਤੂੰ ਉਸ ਕੰਮ ਦੀ ਚਿੰਤਾ ਕਰਦਾ ਹੈ। ਚੇਤੇ ਰੱਖੋ, ਰੱਬ ਪਤਾ ਕੈਸਾ ਹੈ। ਮੈਂ ਕੰਮ ਕਰਾਂ, ਗਲਤੀ ਹੋਣ ਦੀ ਸੰਭਾਵਨਾ 100% ਹੋ ਸਕਦੀ ਹੈ, ਪਰ ਰੱਬ ਜੀ ਬਾਰੇ, ਗੁਰੂ ਜੀ ਬਾਰੇ ਤੇ ਇਹ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਤੇ ਅਭੁੱਲ ਹੈ। ਇਸ ਕਰਕੇ ਜਿਸ ਕੰਮ ਵਿੱਚ ਉਹ ਪਿਆ, ਉਹਦੇ ਵਿੱਚ ਕਿਸੇ ਚੀਜ਼ ਦੀ ਊਣਤਾ ਹੀ ਨਹੀਂ ਹੋ ਸਕਦੀ। ਆਪਣੇ ਮਨ ਨਾਲ ਕਿਤੇ ਗੱਲ ਕਰੀ, ਮਨ ਟਿਕ ਜਾਏਗਾ, ਚਿੰਤਾ ਨਹੀਂ ਕਰੇਗਾ। ਹਜ਼ੂਰ ਕਹਿੰਦੇ ਨੇ, ਐ ਮੇਰਿਆ ਮਨਾ ਕਿਉਂ ਤੂੰ ਸੋਚਾਂ ਫਿਕਰਾਂ ਦੇ ਵਿੱਚ ਹੈ, ਜਿਸ ਕੰਮ ਵਿੱਚ ਹਰੀ ਜੀ ਅਕਾਲ ਪੁਰਖ ਵਾਹਿਗੁਰੂ ਜੀ ਆਪ ਪਏ ਹੋਏ ਹਨ, ਆਪ ਲੱਗਾ ਹੋਇਆ ਰੱਬ, ਉਸ ਵਾਸਤੇ ਤੂੰ ਚਿੰਤਾ ਨਾ ਕਰ। ਤੇ ਫਿਰ ਮਨ ਨੂੰ ਇੱਕ ਉਦਾਹਰਨ ਦੇ ਕੇ ਸਮਝਾਈ, ਤੈਨੂੰ ਆਪਣੀ ਰੋਟੀ ਦਾ ਫਿਕਰ ਪਿਆ ਹੋਇਆ, ਤੂੰ ਸੋਚਦਾ ਵੀ ਤੇਰਾ ਪਾਲਣ ਪੋਸ਼ਣ ਕਿਵੇਂ ਹੋਏਗਾ। ਆ ਵੇਖ ਰੱਬ ਕਿੰਨਾ ਦਿਆਲੂ ਹੈ। ਸੈਲ ਪੱਥਰ ਮਹਿ ਜੰਤ ਉਪਾਏ, ਚਟਾਨ ਵਰਗਾ ਪੱਥਰ, ਇੱਕ ਤਾਂ ਇੱਟਾਂ ਰੋੜੇ ਹੁੰਦੇ ਨੇ, ਉਹਨਾਂ ਵਿੱਚ ਫਿਰ ਵੀ ਕੋਈ ਨਾ ਕੋਈ ਤੁਹਾਨੂੰ ਛਿਦਰ ਵਗੈਰਾ, ਰੋਮ ਵਗੈਰਾ ਦਿਖਦਾ ਹੈ, ਪਰ ਆਮ ਸੈਲ ਸਿਲ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਇੰਨੀ ਦੀ ਹੁੰਦੀ ਕਿ ਉਹਦੇ ਤੁਸੀਂ ਰੋਮ ਜੀ ਵੀ ਨਹੀਂ ਦੇਖ ਸਕਦੇ ਉਹਦੇ। ਕਹਿੰਦੇ ਇਹਨਾਂ ਪੱਥਰਾਂ ਵਿੱਚ, ਸਿੱਲਾਂ ਵਿੱਚ ਜੰਤ ਪੈਦਾ ਕੀਤੇ ਮੇਰੇ ਮਾਲਕ ਨੇ। ਹੁਣ ਇੱਕ ਗੱਲ ਹੋਰ ਧਿਆਨ ਰੱਖਿਓ ਕਿ ਬਾਹਰੋਂ ਤੇ ਹੁਣ ਕੋਈ ਚੀਜ਼ ਅੰਦਰ ਜਾ ਨਹੀਂ ਸਕਦੀ। ਅੰਦਰ ਬੈਠਾ ਹੋਇਆ ਜੀਵ ਪੱਥਰ ਦੇ ਵਿੱਚ, ਉਹਦੀ ਰੋਟੀ ਕਿੱਥੋਂ ਮਿਲੇਗੀ। ਮਾਲਕ ਨੇ ਕਿਰਪਾ ਕੀਤੀ, ਤਾਕਾ ਰਿਜ਼ਕ ਤਿਸ ਦਾ ਖਾਣਾ, ਆਗਿਆ ਕਰ ਧਰਿਆ। ਆਗਿਆ ਕਰ ਦਾ ਮਤਲਬ ਉਹਦੇ ਅੱਗੇ ਕਰਕੇ, ਆਗਿਆ ਦਾ ਮਤਲਬ ਹੈ ਉਹਦੇ ਜਨਮ ਤੋਂ ਪਹਿਲਾਂ ਹੀ, ਉਹਦੀ ਪੈਦਾਇਸ਼ ਤੋਂ ਪਹਿਲਾਂ ਹੀ ਉਸ ਪੱਥਰ ਵਿੱਚ, ਉਸ ਸਿਲ ਵਿੱਚ ਉਹਦਾ ਖਾਣਾ ਪਿਆ ਹੋਇਆ। ਤਾਕਾ ਰਿਜ਼ਕ ਆਗਿਆ ਕਰ ਧਰਿਆ, ਉਹਦੇ ਜਨਮ ਤੋਂ ਪਹਿਲਾਂ ਹੀ ਮਾਲਕ ਨੇ ਉੱਥੇ ਬਣਾਇਆ। ਅਸੀਂ ਪੜ੍ਹਦੇ ਵੀ ਆ ਨਾ, ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਰਿਜ਼ਕ ਪਹਿਲਾਂ ਹੈ, ਪਿੱਛੋਂ ਦੇ ਤੈਂ ਜੰਤ ਉਪਾਹਾ, ਬਾਅਦ ਵਿੱਚ ਜੰਤ ਦੀ ਪੈਦਾਇਸ਼ ਹੈ। ਵੇਖੋ ਇੱਧਰ ਬੱਚੇ ਦਾ ਜਨਮ ਹੋਇਆ, ਮਾਂ ਨੂੰ ਕਿਧਰੋਂ ਦੁੱਧ ਖਰੀਦ ਕੇ ਨਹੀਂ ਲਿਆਉਣਾ ਪਿਆ। ਕਿੱਡੀ ਵੱਡੀ ਦਾਤ ਹੈ। ਕਿਸੇ ਸ਼ਾਇਰ ਨੇ ਕਿੰਨਾ ਸੋਹਣਾ ਕਿਹਾ, ਕਹਿੰਦਾ ਦੇਖੋ ਬੰਦਾ ਐਵੇਂ ਚਿੰਤਾ ਕਰਦਾ ਹੈ,
जब दांत ना थे तब दूध दिया। ए बंदिया, जो तेरे दंद नहीं सन उदों बिना मंगिया तेन दुध दे दिता। जब दांत दिए तो रोजी ना दे है, तो जदों दंद देते तो ये तू क्यों सोचदा भी रोटी नहीं देगा, तेन जरूर देगा। सो ये विश्वास पक्का होए, ये शब्द पढ़ के मन उद्यम ते करे पर चिंता ना करे, क्योंकि रब जी सारिਆਂ ਦਾ ख्याल रखण वाले ਹਨ। इस करके हजूर कहते हैं, ऐ मन तू चिंता ना कर। दुनिया विच मनुख दे कोल अगर बलवान हुंदा है ते भरोसा बलवान हुंदा है, उहदा धर्म बहुत पक्का हो जाता है। जदों कदे डोलदा है ते भरोसा ही डोलदा है, उहदा धर्म कमज़ोर हो जाता है। जितना किसी का भरोसा बलवान है उतना ही उहदा धर्म बलवान है, उहदा ईमान बलवान रहेगा। जिहदा जितना भरोसा कमज़ोर है उहदा ईमान भी उतना ही कमज़ोर हो जाएगा, वो नहीं तरक्की कर पाएगा। हुण साहब ने बख्शिश की, मनुख अपनी जिंदगी विच सब तो ज़्यादा जिहड़ी चिंता करदा है वो रोजी रोटी दी है। तो साहब कहन लगे भी पुत्र, तू इस दुनिया के कारखाने पर नज़र मार के वेख, तैनू रब की होंद ते ही नहीं, तैनू रब के कम्मां ते भी विश्वास हो जाएगा। क्योंकि जदों मनुख कोई जीव संसार की नगरी विच आउंदा है ते नगरी विच प्रवेश करदियां ही अमृत बाणी का वचन है, पहला रब ने प्रबंध किया रोजी रोटी का। एक गुरवाक पढ़िओ जी, बड़ा प्यारा है। साहब आखते ने, रमैया के गुण चेत परानी, कबन मूल ते कबन दस्तानी, जिन तू साज सवार शिंगारिया, गर्भ अगन में जिने उबारिया, बचन की ने बार व्यवस्था तुझे प्यारे दूध, पर जोबन भोजन सुखसूद, बिरत भया ऊपर साक सैन, मुख अपयाओ बैठ को दैन, पर हालत की ए निर्गुण गुण कछु न बूझे। इन्हें बंदे ने एक भी गल रब ते भरोसे वाली नहीं की, नहीं कदे यकीन बनाया इस गल का। एक गुरबाख होर ख्याल करियो, नानक चिंता मत करो, चिंता तिसी है, जल में जन तो पाए न तिना भी रोजी दे, उठे हट ना चलई। साडी दुनिया में तो हट्टियां भी चलदियां ने, ना को किरस करे, खेतीबाड़ी भी कोई नहीं करता। कहन लगे वेख मना, तू इस गल ते भरोसा कर। और अब की करदा, किवें अपने इस सिलसिले नूं चला रहा है। जां एक गुरबाक वाल होर ख्याल करियो, उहदे विच साहब ने शब्द वरते है, एवड दाता। हुण एडा वड्डा दाता तेनू क्यों भुलिया? सतगुरु किड्डा को वड्डा दाता है। हजूर कहंदे वेख, हुण ते तेनू प्रतीत होएगा ना भी तेरी मां तेनू खुआउंदी है, हुण ते तेनू प्रतीत होएगा ना भी तू उद्यम करके खाना है, हुण ते तेनू प्रतीत होवेगा ना भी दुनिया के अंदर बाकी साधन ने मेरी रोजी रोटी दे। पर मैं तेनू पुछना है, जदों तू माता दे उदर विच सी, जे मां भी चाहे मैं अपने बच्चे नूं खुराक देनी वो भी नहीं दे सकती, उदों तेनू खुराक कौन पहुँचाउंदा सी? फिर भी तेरा यकीन इन्ना कमज़ोर क्यों है? अमृत गुरबाक पढ़ियो जी। साहब आखते ने, माता के उदर में प्रतिपाल करे, सो क्यों मनो विसारी है, मनो क्यों विसारी है एवड दाता, जे अगन में आहार पहुंचावे, उसनू कोई पोह ना सकी, जिसनू अपनी लिव लावे, अपनी लिव आपे लाए, गुरमुख सदा संभाली है, कहे नानक एवड दाता, कहे नानक एवड दाता, सो क्यों मनो विसारी है। उन्होंने तो क्यों भुला दिता जिहड़ा रब इन्ना चंगा है, रोजी रोटी का प्रबंध करता है। एक कवि बालम होया बहुत पुराने समय च, उन्हें बड़ियां आला किस्म दी कवितावां लिखियां ने। उहदे विच काव टोटा दास तुहाडे नाल साझा करन लग्या। कवि बालम का वचन है, जिस रोज़ रजा थी निम्मिया तू,
ਜਿਹੜੇ ਦਿਨ ਵੀ ਰੱਬ ਨੇ ਤੈਨੂੰ ਦੁਨੀਆ ਵਿੱਚ ਭੇਜਣ ਦਾ ਮਨ ਬਣਾਇਆ, ਜਿਸ ਰੋਜ਼ ਰਜ਼ਾ ਥੀ ਨਿੰਮਿਆ ਤੂੰ, ਕੀਤੀ ਉਦੋਂ ਤੋਂ ਰਾਜ਼ਕ ਤਿਆਰ ਰੋਜੀ। ਰੋਜੀ ਖਾਣ ਵਾਲੇ ਆਉਂਦੇ ਬਹੁਤ ਮਗਰੋਂ, ਪਹਿਲਾਂ ਕਰਦੀ ਹੈ ਇੰਤਜ਼ਾਰ ਰੋਜੀ। ਮਾਂ ਦੇ ਸੀਨੇ ਦੇ ਸੋਹਣ ਖਜ਼ਾਨਿਆਂ ਚੋਂ ਵਹਿੰਦੀ ਵਗਦੀ ਦੁੱਧ ਦੀ ਧਾਰ ਰੋਜੀ। ਬਾਲਮ ਉਸ ਨੂੰ ਕਿਸ ਦੀ ਪਰਵਾਹ ਹੋਸੀ, ਜਦੋਂ ਦੇਵਨਹਾਰ ਦਾਤਾਰ, ਜਦੋਂ ਦੇਵਨਹਾਰ ਆਪ ਦਾਤਾਰ ਰੋਜੀ। ਕਹਿਣ ਲੱਗੇ ਜਿਹੜੇ ਬੰਦੇ ਨੂੰ ਰੱਬ ਤੇ ਭਰੋਸਾ ਹੋ ਗਿਆ ਨਾ, ਤੇ ਉਸ ਬੰਦੇ ਦੀ ਜ਼ਿੰਦਗੀ ਦੇ ਅੰਦਰ ਯਕੀਨ ਕਰਕੇ ਜਾਣਿਓ, ਉਹਨੂੰ ਰੋਜੀ ਰੋਟੀ ਦਾ ਫਿਕਰ ਨਹੀਂ ਹੋਵੇਗਾ। ਦੋ ਗੱਲਾਂ ਹੋਰ ਸਾਂਝੀਆਂ ਕਰਨੀਆਂ ਨੇ। ਪਹਿਲੀ ਬੇਨਤੀ, ਜਿਹਦੇ ਕੋਲ ਜ਼ਿਕਰ ਹੈ ਨਾ, ਉਹਦੇ ਕੋਲ ਫਿਕਰ ਨਹੀਂ ਹੋਵੇਗਾ। ਜਿਹਦੇ ਕੋਲ ਜ਼ਿਕਰ ਹੈ ਨਾ, ਜ਼ਿਕਰ ਮਤਲਬ ਰੱਬ ਦਾ ਜ਼ਿਕਰ, ਰੱਬ ਦਾ ਪਿਆਰ, ਰੱਬ ਦਾ ਭਰੋਸਾ, ਰੱਬ ਦੇ ਬਚਨ, ਰੱਬ ਦੀ ਬੋਲੀ, ਰੱਬ ਦੇ ਅੰਮ੍ਰਿਤ ਬਚਨ ਜਿਹਨੇ ਜਿੰਨੇ ਗਾਏ ਨੇ, ਰੱਬ ਦਾ ਸਿਮਰਨ ਜਿਹਦੇ ਕੋਲ ਹੈ। ਜਿਹਦੇ ਕੋਲ ਜਿਤਨਾ ਜ਼ਿਕਰ ਹੋਵੇਗਾ, ਉਹਦੇ ਕੋਲ ਉਤਨਾ ਹੀ ਘੱਟ ਫਿਕਰ ਹੋਵੇਗਾ। ਜਿਹਦੇ ਕੋਲ ਫਿਕਰ ਬਹੁਤਾ ਹੋਵੇਗਾ, ਉਹਦੀ ਜ਼ਿੰਦਗੀ ਝਾਤ ਮਾਰ ਕੇ ਦੇਖ ਲੈ, ਉਹਦੇ ਕੋਲ ਰੱਬ ਦਾ ਜ਼ਿਕਰ ਨਹੀਂ ਹੋਵੇਗਾ। ਫਿਕਰ ਆਉਂਦਾ ਹੀ ਉਦੋਂ ਹੈ ਜਦੋਂ ਜ਼ਿਕਰ ਗੁਆਚਦਾ ਹੈ। ਜਿਹਦੇ ਕੋਲ ਰੱਬ ਦਾ ਜ਼ਿਕਰ ਹੈ, ਉਹਦੇ ਕੋਲ ਫਿਕਰ ਨਹੀਂ ਹੋ ਸਕਦਾ। ਉਹਨੂੰ ਭਰੋਸਾ ਇਸ ਗੱਲ ਦਾ ਵੀ ਤੂੰ ਆਪ ਦੇਣ ਵਾਲਾ ਹੈ, ਤੂੰ ਆਪ ਕਿਰਪਾ ਕਰਨ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਇੱਕ ਛੋਟੀ ਜਿਹੀ ਕਥਾ। ਕਿਸੇ ਵੇਲੇ ਇੱਕ ਨੌਜਵਾਨ ਕਿਸੇ ਫਕੀਰ ਕੋਲ ਜਾ ਕੇ ਕਹਿਣ ਲੱਗ ਪਿਆ, ਬਾਬਾ ਤੁਸੀਂ ਐਵੇਂ ਗੱਲਾਂ ਮਾਰੀ ਜਾਂਦੇ ਹੋ ਰੱਬ ਦੀਆਂ, ਤੇ ਉਹ ਰੱਬ ਤੇ ਰੋਜੀ ਰੋਟੀ ਐਵੇਂ ਕਿਵੇਂ ਦੇ ਸਕਦਾ ਹੈ? ਚਲੋ ਜੇ ਰੋਜੀ ਰੋਟੀ ਦੇ ਦੇਗਾ ਤੇ ਪਕਾਏਗਾ ਕੌਣ? ਚਲੋ ਕੋਈ ਪਕਾ ਵੀ ਦੇਵੇ, ਸਾਹਮਣੇ ਪਈ ਹੋਵੇ, ਸਾਹਮਣੇ ਵੀ ਪਈ ਹੋਵੇ, ਕੋਈ ਲਿਆ ਕੇ ਸਾਹਮਣੇ ਰੱਖ ਦੇਵੇ, ਇਹ ਤੇ ਨਹੀਂ ਨਾ ਹੋ ਸਕਦਾ ਕੋਈ ਚੁੱਕ ਤੋੜ ਕੇ ਮੇਰੇ ਮੂੰਹ 'ਚ ਪਾ ਦੇ। ਇਹ ਕਿਵੇਂ ਹੋ ਸਕਦਾ? ਫਕੀਰ ਨੇ ਬੜੀ ਗੱਲ ਸਮਝਾਈ। ਕਹਿਣ ਲੱਗੇ, ਪੁੱਤਰ ਵੀ ਤੂੰ ਰੱਬ ਤੇ ਯਕੀਨ ਕਰ। ਕਹਿਣ ਲੱਗਿਆ, ਨਹੀਂ ਬਾਬਾ ਐਸਾ ਨਹੀਂ ਹੋ ਸਕਦਾ, ਮੈਂ ਰੋਟੀ ਚੁੱਕ ਕੇ ਗਰਾਈ ਤੋੜ ਕੇ ਮੁੱਖ ਪਾਵਾਂ ਹੀ ਨਾ, ਇਹ ਕਿਵੇਂ ਹੋ ਸਕਦਾ? ਉਹਨਾਂ ਬਚਨ ਆਖਿਆ ਫਕੀਰ ਨੇ। ਕਹਿਣ ਲੱਗੇ, ਯਕੀਨ ਕਰ, ਕਿਉਂ ਕੋਈ ਤੇਰੇ ਮੂੰਹ 'ਚ ਪਾਉਣ ਵਾਲਾ ਵੀ ਆ ਜਾਏਗਾ। ਉਹਨੇ ਆਖਿਆ, ਜੇ ਮੂੰਹ 'ਚ ਵੀ ਪਾ ਦੇਗਾ ਮੈਂ ਚਬਾਵਾਂਗਾ ਹੀ ਨਹੀਂ, ਫਿਰ ਕਿਵੇਂ ਰੋਟੀ ਅੰਦਰ ਚਲੇ ਜਾਏਗੀ? ਚਬਾਉਣਾ ਤੇ ਮੈਂ ਹੈ ਨਾ। ਉਹਨੇ ਆਖਿਆ, ਚਲੋ ਠੀਕ ਹੈ, ਤੂੰ ਯਕੀਨ ਕਰਕੇ ਰੱਖੀ ਤੇ ਮੈਨੂੰ ਪੂਰਨ ਆਸਾ ਰੱਬ ਕੋਈ ਨਾ ਕੋਈ ਕਲਾ ਵਰਤਾਏਗਾ। ਉਹ ਜਾ ਕੇ ਬੈਠ ਗਿਆ, ਇਕਾਂਤ ਸ਼ਾਂਤ, ਵੀ ਇੱਥੇ ਕਿਸੇ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਹੈ, ਕੋਈ ਦਰਖਤ ਵੀ ਨਹੀਂ ਇਹੋ ਜਿਹਾ ਜਿਹਦੇ ਫਲ ਡਿੱਗਣ। ਸਾਤੇ ਜੇ ਦਰਖਤ ਥੱਲੇ ਬੈਠ ਗਿਆ। ਸਮਾਂ ਆਇਆ, ਉੱਥੇ ਇੱਕ ਮਾਤਾ ਆਪਣੇ ਪੁੱਤਰ ਲਈ ਰੋਟੀ ਲੈ ਕੇ ਜਾ ਰਹੀ। ਉਹ ਖੇਤਾਂ ਵਿੱਚ ਕੰਮ ਕਰਦਾ। ਉਹਦੇ ਮਨ ਵਿੱਚ ਵਿਚਾਰ ਬਣੀ ਵੀ ਬੜੀਆਂ ਅੱਖਾਂ ਬੰਦ ਕਰਕੇ ਬੈਠਾ, ਕੋਈ ਨੌਜਵਾਨੀ ਦੀ ਉਮਰ ਵਿੱਚ ਕਿੱਡਾ ਰੱਬ ਦੇ ਸਿਮਰਨ ਵਿੱਚ ਜੁੜਿਆ ਹੋਇਆ ਹੈ, ਤੇ ਤਾਂ ਬੜਾ ਚੰਗਾ ਹੋਵੇਗਾ ਮੇਰਾ ਪੁੱਤ ਰੋਜ਼ ਰੋਟੀ ਖਾਂਦਾ। ਅੱਜ ਉਹਨੂੰ ਕਹਾਂਗੀ ਪੁੱਤ 2 ਰੋਟੀਆਂ ਨਾਲ ਸਾਰ ਲੈ, ਤੇ ਕੋਈ ਰੱਬ ਦਾ ਪਿਆਰਾ ਬੈਠਾ ਸੀ, ਮੈਂ 2 ਰੋਟੀਆਂ ਉਹਨੂੰ ਰੱਖ ਆਈਆਂ, ਤੇ ਉਹਨੇ 2 ਰੋਟੀਆਂ ਲਪੇਟ ਕੇ ਉਹਦੇ ਸਾਹਮਣੇ ਰੱਖ ਦਿੱਤੀਆਂ ਵੀ ਹੋ ਸਕਦਾ ਕਿ ਜਦੋਂ ਵੀ ਕਦੇ ਸਮਾਧੀ 'ਚ ਉੱਠੇਗਾ ਉੱਠ ਕੇ ਖਾ ਲੇਗਾ। ਹੁਣ ਜੇ ਸਾਹਮਣੇ ਰੋਟੀ ਤੇ ਆ ਗਈ, ਉਹਨੇ ਵੀ ਅੱਖ ਖੋਲ੍ਹ ਕੇ ਵੇਖ ਲਿਆ ਵੀ ਰੋਟੀ ਤੇ ਆ ਗਈ ਹੈ। ਇੱਕ ਗੱਲ ਤੇ ਹੋ ਗਈ ਸਪਸ਼ਟ ਵੀ ਰੋਟੀ ਤੇ ਆ ਗਈ, ਪਰ ਚਲੋ ਅਜੇ ਬੜੀ ਦੂਰ ਪਈ ਹੈ, ਪੌਣੇ 'ਚ ਪਈ ਹੈ, ਕੱਪੜੇ 'ਚ ਲਪੇਟੀ ਪਈ, ਮੇਰੇ ਤੱਕ ਕਦੋਂ ਪਹੁੰਚੇਗੀ? ਉਹ ਉੱਥੇ ਬੈਠਾ ਹੈ ਤੇ ਅਚਾਨਕ ਉੱਥੋਂ ਦੀ ਕੁਝ ਚੋਰ ਲੰਘੇ, ਤੇ ਉਹ ਸਾਰੀ ਰਾਤ ਦੀ ਮਿਹਨਤ ਕਰਕੇ ਆਏ ਸਨ। ਜੋ ਉਹਨਾਂ ਦੀ ਭਾਵੇਂ ਖੋਟੀ ਕਮਾਈ ਹੈ, ਪਰ ਸਾਰੀ ਰਾਤ ਕੰਮ ਕਰਨ ਕਰਕੇ ਭੁੱਖ ਲੱਗੀ ਹੋਈ ਸੀ। ਉਹਨਾਂ ਦੇ ਮਨ ਵਿੱਚ ਵਿਚਾਰ ਬਣੀ ਵੀ ਰੋਟੀ ਤੇ ਇਹਦੇ ਕੋਲ ਪਈ ਹੈ, ਰੋਟੀ ਤੇ ਪਈ ਆ। ਜਿਹੋ ਜਿਹੀ ਦ੍ਰਿਸ਼ਟੀ ਹੁੰਦੀ ਵੈਸੀ ਸ੍ਰਿਸ਼ਟੀ ਨਜ਼ਰ ਆਉਂਦੀ ਹੈ। ਉਹਨਾਂ ਸੋਚਿਆ ਕਿਤੇ ਇਹ ਵੀ ਠੱਗ ਨਾ ਹੋਵੇ ਵੀ ਰੋਟੀ ਰੱਖੀ ਬੈਠਾ ਹੋਵੇ ਤੇ ਰੋਟੀ ਜ਼ਹਿਰ ਮਲਾਈ ਹੋਵੇ, ਵੀ ਜਿਹੜਾ ਆਵੇਗਾ ਖਾ ਲੇਗਾ ਰੋਟੀ ਤੇ ਮਰ ਜਾਏਗਾ, ਮੈਂ ਲੁੱਟ ਲਾਂਗਾ। ਇਹਦੇ ਕੋਲ ਪਹਿਲਾਂ ਚੈੱਕ ਕਰੋ, ਰੋਟੀ ਤੇ ਇਹਦੇ ਕੋਲ ਪਈ ਹੈ, ਪਰ ਪਹਿਲਾਂ ਚੈੱਕ ਕਰੋ। ਉਹਨੇ ਰੋਟੀ ਖੋਲ੍ਹ ਕੇ ਉਹਨੂੰ ਕਹਿਣ ਲੱਗੇ ਵੀ ਸਜਣਾ ਰੋਟੀ ਮੂੰਹ 'ਚ ਪਾ। ਉਹ ਹੁਣ ਪਾਵੇ ਨਾ। ਉਹਨੇ ਆਖਿਆ ਇਹ ਗੱਲ ਹੈ, ਇਹਦੇ ਵਿੱਚ ਰੋਟੀ 'ਚ ਜ਼ਹਿਰ ਜ਼ਰੂਰ ਹੋਵੇਗੀ ਜਿਹੜਾ ਮੂੰਹ 'ਚ ਨਹੀਂ ਪਾ ਰਿਹਾ। ਉਹਨੇ ਉਹਦੇ ਰੋਟੀ ਮੂੰਹ 'ਚ ਪਾ ਦਿੱਤੀ। ਹੁਣ ਮੂੰਹ 'ਚ ਪਾ ਲਈ, ਉਹ ਚਬਾਵੇ ਨਾ। ਉਹਨੇ ਵੱਟ ਕੇ 4 ਚਪੇੜਾਂ ਮਾਰੀਆਂ। ਕਹਿਣ ਲੱਗੇ ਰੋਟੀ ਚਬਾ। ਜਦੋਂ ਉਹਨੇ ਰੋਟੀ ਚਬਾਈ ਤੇ ਰੋਟੀ ਚਬਾਉਣ ਤੋਂ ਬਾਅਦ ਅੰਦਰ ਲੈ ਕੇ ਚਲਾ ਗਿਆ। ਉੱਠ ਕੇ ਫਕੀਰ ਦੇ ਡੇਰੇ ਚਲਾ ਗਿਆ। ਕਹਿਣ ਲੱਗਿਆ ਮੈਂ ਆਪੇ ਹੀ ਸ਼ੁਕਰ ਕਰਕੇ ਖਾ ਲਾਂਗਾ, ਜੇ ਮੈਂ ਸ਼ੁਕਰ ਕਰਕੇ ਨਾ ਖਾਵਾਂ, ਚਪੇੜਾ ਮਾਰ ਮਾਰ ਕੇ ਖਵਾਉਂਦਾ, ਮੇਰੇ ਕੋਲ ਚਪੇੜਾ ਖਾ ਕੇ ਰੋਟੀ ਨਹੀਂ ਖਾਧੀ ਜਾਣੀ, ਮੈਂ ਖੁਦ ਹੀ ਖਾ ਲਿਆ ਕਰਾਂਗਾ। ਪਰ ਅੱਜ ਤੋਂ ਮੈਨੂੰ ਭਰੋਸਾ ਹੋ ਗਿਆ ਭਈ ਰੱਬਾ ਤੂੰ ਰੋਜੀ ਰੋਟੀ ਦੇਣਾ। ਕਦੇ ਝਾਤ ਮਾਰ ਕੇ ਦੇਖਿਓ, ਜਿਨ੍ਹਾਂ ਦੀਆਂ ਲੱਤਾਂ ਨਹੀਂ
ਉਹਨਾਂ ਦਾ ਵੀ ਕੋਈ ਆਰ ਹੋਵੇਗਾ। ਜਿਨ੍ਹਾਂ ਦੀਆਂ ਬਾਹਾਂ ਨਹੀਂ ਉਹਨਾਂ ਦਾ ਵੀ ਕੋਈ ਆਰ ਹੋਵੇਗਾ। ਜਿਨ੍ਹਾਂ ਦੇ ਕੋਲ ਜ਼ੁਬਾਨ ਨਹੀਂ ਉਹਨਾਂ ਦਾ ਵੀ ਕੋਈ ਆਰ ਹੋਵੇਗਾ। ਉਹ ਮਨਾ ਮੂਰਖਾ, ਤੂੰ ਕਿਉਂ ਚਿੰਤਾ ਕਰਨਾ ਹੈ? ਤੂੰ ਚਿੰਤਾ ਨਾ ਕਰ, ਤੂੰ ਚਿੰਤਨ ਕਰ। ਤੂੰ ਸ਼ੰਕਾ ਨਾ ਕਰ, ਤੂੰ ਸ਼ੁਕਰਾਨਾ ਕਰ। ਸ਼ੰਕਾ ਨਾ ਕਰ, ਰੱਬ ਰੋਜੀ ਰੋਟੀ ਨਹੀਂ ਦੇਗਾ। ਸ਼ੁਕਰਾਨਾ ਕਰ, ਉਹ ਤੇ ਇਤਨਾ ਮਾਰਾ ਪਿਆਰਾ ਦਾਤਾ ਹੈ। ਆਪਾਂ ਦੂਜੀਆਂ ਉਦਾਹਰਨਾਂ ਬਹੁਤੀਆਂ ਵਿਚਾਰ ਨਹੀਂ ਸਕਾਂਗੇ। ਮੈਂ ਨਿੱਕੀ ਜੀ ਕਹਿ ਦਿਆਂ, ਅਗਲੀ ਵਾਰੀ ਮੈਂ ਆਪਣਾ ਵਕਤ ਘਟਾ ਲਾਂਗਾ ਥੋੜਾ ਜਿਹਾ। ਸਾਹਿਬ ਦੀ ਬਾਣੀ ਦਾ ਇੱਕ ਬਚਨ ਹੈ ਬੜਾ ਪਿਆਰਾ, ਮੈਨੂੰ ਚੇਤੇ ਆ ਗਿਆ। ਰੇ ਚਿਤ ਚੇਤ ਸਕੀਨਾ ਦਿਆਲ ਦਮੋਦਰ ਬਿਬੈ ਨ ਜਾਨਸ ਕੋਏ, ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਏ। ਜਨਨੀ केरे उधर उदक में पिंड किया दस द्वारा, दे आहार अगन में रखै ऐसा खसम हमारा। ਹੁਣ ਇਹ ਦੋ ਪੰਕਤੀਆਂ ਵੱਲ ਖਿਆਲ ਕਰਿਓ, ਬਾਕੀ ਮੈਂ ਛੱਡ ਦਿੱਤੀਆਂ ਨੇ। ਦੁਨੀਆ ਵਿੱਚ ਦੋ ਤਰ੍ਹਾਂ ਦੇ ਜੀਵ ਨੇ। ਇੱਕ ਉਹਨੇ ਜਿਨ੍ਹਾਂ ਦੀ ਮਾਂ ਕੋਲ ਦੁੱਧ ਦਾ ਖਜ਼ਾਨਾ ਹੈ, ਪਰ ਖਿਆਲ ਕਰਿਓ ਉਹਨਾਂ ਦੇ ਪਰ ਨਹੀਂ ਹੁੰਦੇ। ਜਿਹਦੀ ਵੀ ਮਾਂ ਕੋਲ ਦੁੱਧ ਦਾ ਖਜ਼ਾਨਾ ਹੈ ਉਹਦੇ ਕੋਲ ਪਰ ਨਹੀਂ ਹੁੰਦੇ, ਖੰਭ ਨਹੀਂ ਹੁੰਦੇ। ਗਾਂ ਹੈ, ਮੱਝ ਹੈ, ਕੁੱਤੇ ਨੇ, ਕੋਈ ਆਪਣੇ ਮਨ ਵਿੱਚ ਵਿਚਾਰ ਲਓ, ਮਨੁੱਖ ਵੀ ਇਸੇ ਸ਼੍ਰੇਣੀ ਦਾ। ਇਹਦੀ ਮਾਂ ਕੋਲ ਦੁੱਧ ਦਾ ਖਜ਼ਾਨਾ ਹੈ, ਪਰ ਚੇਤਾ ਰੱਖਿਓ ਉਹਦੇ ਕੋਲ ਖੰਭ ਨਹੀਂ ਹੁੰਦੇ। ਜਿਹਦੇ ਕੋਲ ਖੰਭ ਨੇ ਉਹਦੇ ਕੋਲ ਮਾਂ ਕੋਲ ਦੁੱਧ ਦਾ ਖਜ਼ਾਨਾ ਨਹੀਂ ਹੋਵੇਗਾ। ਕਾਂ ਨੇ, ਕਬੂਤਰ ਨੇ, ਚਿੜੀਆਂ ਨੇ, ਜਿੰਨੀਆਂ ਮਰਜ਼ੀ ਆਪਣੇ ਦਿਮਾਗ 'ਚ ਲੈ ਕੇ ਆਵੋ, ਜਿਨ੍ਹਾਂ ਕੋਲ ਖੰਭ ਨੇ ਉਹਨਾਂ ਦੇ ਕੋਲ ਦੁੱਧ ਨਹੀਂ ਹੋਵੇਗਾ ਮਾਂ ਕੋਲ। ਜੇ ਮਾਂ ਕੋਲ ਦੁੱਧ ਹੈ ਤਾਂ ਉਹਦੇ ਜੰਮਣ ਵਾਲੀ ਕੁੱਖ ਤੋਂ ਔਲਾਦ ਜਨਮ ਲੈਣ ਵਾਲੀ ਔਲਾਦ ਕੋਲ ਪਰ ਨਹੀਂ ਹੋਣਗੇ। ਉਹਦੇ ਕੋਲ ਦੁੱਧ ਜੋ ਹੋਇਆ। ਸਾਹਿਬ ਕਹਿੰਦੇ ਮੈਂ ਇੱਕ ਤੈਨੂੰ ਉਦਾਹਰਨ ਉਹ ਦੇਣ ਲੱਗਾ ਹੈ, ਜਿਹਦੀ ਮਾਂ ਕੋਲ ਨਾ ਖੰਭ ਨੇ, ਜਿਹਦੀ ਮਾਂ ਕੋਲ ਨਾ ਦੁੱਧ ਹੈ, ਫਿਰ ਉਹਨੂੰ ਕੌਣ ਪਾਲ ਰਿਹਾ ਹੈ? ਅੰਮ੍ਰਿਤ ਬਾਣੀ ਦੀਆਂ ਪੰਕਤੀਆਂ ਵਿਚਾਰਿਓ ਜੇ ਹੁਣ। ਕੁੰਮੀ ਜਲ ਮੈਂ, ਕੱਛੂ ਕੁੰਮੀ ਪਾਣੀ ਵਿੱਚੋਂ ਆਉਂਦੀ ਹੈ ਨਿਕਲ ਕੇ, ਤੇ ਕਿਨਾਰੇ ਤੇ ਆਂਡੇ ਦੇ ਕੇ ਵਾਪਸ ਪਾਣੀ ਵਿੱਚ ਚਲੇ ਜਾਂਦੀ ਹੈ। ਤੇ ਉਹ ਜਦੋਂ ਕੱਛੂ ਕੁੰਮੇ ਆਂਡਿਆਂ ਵਿੱਚੋਂ ਨਿਕਲਦੇ ਨੇ ਨਾ, ਉਹਨਾਂ ਨੂੰ ਕੌਣ ਸਮਝਾਉਂਦਾ ਹੈ? ਉਹ ਆਪਣੇ ਆਪ ਹੀ ਸਮੁੰਦਰ ਵਾਲੇ ਪਾਸੇ ਨੂੰ ਚਲੇ ਜਾਂਦੇ। ਉਹਨਾਂ ਨੂੰ ਕੌਣ ਡਾਇਰੈਕਸ਼ਨ ਦਿੰਦਾ ਹੈ? ਮਨੁੱਖ ਦੇ ਕੋਲ ਤਾਂ ਅੱਜ ਕਈ ਸਾਧਨ ਨੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀਂ, ਪੂਰਨ ਪਰਮਾਨੰਦ ਮਨੋਰਥ ਸਮਝ ਦੇਖ ਮਨ ਮਾਹੀ। ਕਹਿਣ ਲੱਗੇ ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀਂ। ਕਹਿਣ ਲੱਗੇ ਪੂਰਨ ਪਰਮਾਨੰਦ ਮਨੋਰਥ ਸਮਝ ਦੇਖ ਮਨ ਮਾਹੀ। ਪਾਖੰਡ ਕੀਟ ਗੁਪਤ ਹੋਏ ਰਹਿਤਾ, ਪੱਥਰ ਵਿੱਚ ਕੀੜਾ ਬਿਲਕੁਲ ਗੁਪਤ ਹੈ, ਤਾਂ ਚੋ ਮਾਰਗ ਨਹੀਂ, ਉਹਦਾ ਕੋਈ ਰਸਤਾ ਹੀ ਨਹੀਂ ਹੈ। ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀਂ। ਕਹਿਣ ਲੱਗੇ ਹੋ ਤੂੰ ਇਹਦੇ ਵੱਲ ਵੇਖ ਕੇ ਕਿਉਂ ਨਹੀਂ ਭਰੋਸਾ ਕਰਦਾ, ਜਿਹੜਾ ਉਸ ਪੱਥਰਾਂ ਵਿੱਚ ਵੀ ਰੋਜੀ ਰੋਟੀ ਦਿੰਦਾ ਹੈ? ਤੇ ਮਨ ਤੈਨੂੰ ਕਿਉਂ ਨਹੀਂ ਯਕੀਨ ਵੀ ਉਹ ਰੱਬ ਕਿਰਪਾ ਕਰੇਗਾ, ਬਖਸ਼ਿਸ਼ ਕਰੇਗਾ? ਇੱਕ ਕੋਸ਼ਿਸ਼ ਕਰੀਏ, ਉਦਮ ਚਿਤਵੀਏ ਨਾ, ਉਦਮ ਕਰੀਏ। ਉਦਮ ਕਰੇਂਦਿਆਂ ਜਿਉ ਤੂੰ, ਕਮਾਉਂਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਚਿਤਵਣਾ ਨਹੀਂ ਹੈ, ਚਿੰਤਾ ਨਹੀਂ ਕਰਨੀ, ਉਦਮ ਕਰਨਾ ਹੈ। ਉਦਮ ਕਰਿਆ ਸਾਡੇ ਜੀਵਨ ਵਿੱਚ ਉਤਸ਼ਾਹ ਪੈਦਾ ਹੋਵੇਗਾ ਜੀ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਸ਼ਬਦ ਦੀ ਰਹਾਉ ਦੀ ਪੰਕਤੀ ਹੈ। ਵੈਸੇ ਤੇ ਅਰਥ ਕਰਨ ਲੱਗਿਆਂ ਸਭ ਤੋਂ ਪਹਿਲਾਂ ਇਸੇ ਪੰਕਤੀ ਦੀ ਬਾਤ ਕਰਨੀ ਚਾਹੀਦੀ ਹੈ। ਬਾਕੀ ਪੰਕਤੀਆਂ ਇਸੇ ਪੰਕਤੀ ਦੀ ਵਿਆਖਿਆ ਕਰ ਰਹੀਆਂ ਹੁੰਦੀਆਂ ਨੇ, ਪਰ ਕਿਉਂਕਿ ਅਸੀਂ ਹੁਣ ਲੜੀਵਾਰ ਪੜ੍ਹ ਰਹੇ ਹਾਂ ਤਾਂ ਉਹ ਸਿਸਟਮ ਅਸੀਂ ਅਖਤਿਆਰ ਕੀਤਾ, ਪਰ ਅਸਲ ਦੇ ਵਿੱਚ ਅਰਥ ਰਹਾਉ ਦੀ ਪੰਕਤੀ ਤੋਂ ਹੀ ਸ਼ੁਰੂ ਕਰਨੇ ਚਾਹੀਦੇ ਹਨ। ਮੇਰੇ ਮਾਧੋ ਜੀ, ਹੁਣ ਇਹ ਪੰਕਤੀ ਪੜ੍ਹਨ ਲੱਗਿਆਂ ਰੱਬ ਸਾਡੇ ਸਾਹਮਣੇ ਹੋਣਾ ਚਾਹੀਦਾ, ਕਿਉਂਕਿ ਗੱਲ ਉਹਦੇ ਨਾਲ ਕੀਤੀ ਜਾ ਰਹੀ ਹੈ। ਹੁਣ ਮਾਂ ਦਾ ਅਰਥ ਹੁੰਦਾ ਮਾਇਆ, ਧਾਵ ਦਾ ਅਰਥ ਹੁੰਦਾ ਪਤੀ। ਸੋ ਮਾਧਵ ਜਾਂ ਮਾਧੋ ਦਾ ਅਰਥ ਹੋ ਗਿਆ ਮਾਇਆ ਦਾ ਪਤੀ, ਭਾਵ ਅਕਾਲ ਪੁਰਖ ਵਾਹਿਗੁਰੂ। ਹਜ਼ੂਰ ਇੱਥੇ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ ਜੀ, ਹੇ ਮੇਰੇ ਪ੍ਰਭੂ ਜੀ, ਸਤ ਸੰਗਤ ਮਿਲੇ।
ਜਿਹੜੇ ਸਤਸੰਗ ਵਿੱਚ ਮਿਲ ਜਾਂਦੇ ਹਨ, ਮਿਲ ਬੈਠਦੇ ਹਨ, ਸੋ ਤਰਿਆ, ਉਹ ਤਰ ਜਾਂਦੇ ਹਨ। ਇਹਦਾ ਮਤਲਬ ਬੰਦਾ ਡੁੱਬ ਰਿਹਾ। ਅਸਲ ਵਿੱਚ ਚਿੰਤਾ ਦੇ ਸਾਗਰ ਦੇ ਵਿੱਚ ਮਨੁੱਖ ਡੁੱਬੀ ਜਾ ਰਿਹਾ ਹੈ। ਇਹ ਚਿੰਤਾ ਖਤਮ ਤਾਂ ਹੋਏਗੀ ਜੇ ਸਤਸੰਗਤ ਵਿੱਚ ਮਨੁੱਖ ਆਏਗਾ। ਜਦੋਂ ਮਨੁੱਖ ਸਤਸੰਗਤ ਵਿੱਚ ਆ ਕੇ ਬੈਠਦਾ ਹੈ ਤੇ ਗੁਰੂ ਉਹਨੂੰ ਸਮਝਾਉਂਦਾ ਹੈ, ਸਾਰਾ ਸੰਸਾਰ ਭਿਖਾਰੀ ਹੈ ਤੇ ਉਹਦਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਮਨ ਟਿਕ ਜਾਂਦਾ, ਮੈਨੂੰ ਵੀ ਦੇਗਾ। ਜਦੋਂ ਮਨੁੱਖ ਸਤਸੰਗਤ ਵਿੱਚ ਆ ਕੇ ਬੈਠਦਾ ਹੈ, ਗੁਰੂ ਸਾਹਿਬ ਜੀ ਉਹਨੂੰ ਸਮਝਾਉਂਦੇ ਹਨ, ਉਹ ਤੇ ਅਣਮੰਗਿਆ ਦਾਨ ਦੇਵਣ ਵਾਲਾ ਹੈ। ਅਕਾਲ ਪੁਰਖ ਵਾਹਿਗੁਰੂ ਤੇ ਅਕਿਰਤ ਘਣਾ ਨੂੰ ਵੀ ਪਾਲਣ ਵਾਲਾ ਹੈ। ਕੋਈ ਰੱਬ ਨੂੰ ਮੰਨੇ ਭਾਵੇਂ ਨਾ ਮੰਨੇ, ਪਰ ਉਹ ਐਸਾ ਪਿਤਾ ਹੈ ਜੋ ਆਪਣੇ ਕਪੁੱਤਰਾਂ ਨੂੰ ਵੀ ਪਾਲਦਾ ਹੈ। ਅਸੀਂ ਜਾਪ ਸਾਹਿਬ ਦਾ ਵੀ ਪਾਠ ਕਰਦੇ ਹਾਂ, ਉਹ ਤੇ ਇੱਕ ਪੰਕਤੀ ਆਉਂਦੀ ਹੈ, ਜਿੱਥੇ ਦੇਵ ਦੀ ਗੱਲ ਆਉਂਦੀ ਹੈ ਨਾਲ ਹੀ ਅਦੇਵ ਦੀ ਗੱਲ ਆਉਂਦੀ ਹੈ। ਹੁਣ ਦੇਵਤਾ ਹੋ ਗਿਆ ਦੇਵਤੇ, ਅਦੇਵ ਦਾ ਕੀ ਮਤਲਬ ਹੋਇਆ? ਜਿਹੜਾ ਦੇਵਤੇ ਨਹੀਂ ਹੈ, ਭਾਵੇਂ ਜਿਹੜੇ ਚੰਗੇ ਪੁਰਸ਼ ਨਹੀਂ ਹੈਗੇ ਹਨ, ਰੱਬ ਉਹਨਾਂ ਨੂੰ ਵੀ ਸੁਧਰਮੇ ਦੀ ਗੱਲ ਆਈ ਉੱਥੇ ਕਿ ਉਹ ਬੜੇ ਚੰਗੇ ਤਰੀਕੇ ਦੇ ਨਾਲ ਉਹਨਾਂ ਦੀ ਵੀ ਪ੍ਰਤਪਾਲਨਾ ਕਰਦਾ ਹੈ। ਰੱਬ ਤੇ ਐਸਾ ਹੈ ਜੋ ਅਕਿਰਤ ਘਣਾ ਨੂੰ ਵੀ ਪਾਲੇਗਾ, ਜੋ ਰੱਬ ਤੋਂ ਮਨੁੱਕਰ ਹੋ ਚੁੱਕੇ ਹਨ ਉਹਨਾਂ ਦੇ ਮੂੰਹ ਵਿੱਚ ਵੀ ਰੋਟੀ ਪਾਉਂਦਾ ਹੈ। ਜਦੋਂ ਸਤਸੰਗਤ ਵਿੱਚ ਬੈਠਦੇ ਹਾਂ ਤਾਂ ਰੱਬ ਉੱਤੇ ਭਰੋਸਾ ਆਉਂਦਾ ਹੈ, ਰੱਬ ਉੱਤੇ ਵਿਸ਼ਵਾਸ ਪੈਦਾ ਹੁੰਦਾ ਹੈ। ਇਸ ਕਰਕੇ ਹਜ਼ੂਰ ਕਹਿੰਦੇ ਨੇ, ਜਿਹੜੇ ਸਤਸੰਗਤ ਵਿੱਚ ਮਿਲ ਬੈਠਦੇ ਹਨ ਉਹ ਐਸੇ ਵਿਅਰਥ ਚਿੰਤਾ ਫਿਕਰ ਤੋਖਲਿਆਂ ਤੋਂ ਬਚ ਜਾਂਦੇ ਹਨ। ਫਿਰ ਅਗਲੀ ਗੱਲ ਜਿਹੜੀ ਉਹਨਾਂ ਨੇ ਕੀਤੀ, ਉਹਦੇ 'ਚ ਆਈ ਗੁਰੂ ਦੀ ਕਿਰਪਾ ਦੀ ਗੱਲ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਇਹ ਗੱਲ ਚੇਤੇ ਰੱਖਿਓ, ਸਤਸੰਗਤ ਉਹ ਹੁੰਦੀ ਹੈ ਜਿੱਥੇ ਕੇਵਲ ਗੁਰੂ ਦੀ ਗੱਲ ਹੋਵੇ। ਬਹੁਤੇ ਬੰਦਿਆਂ ਦੇ ਇਕੱਠ ਦਾ ਨਾਮ ਸਤਸੰਗਤ ਨਹੀਂ ਹੈ। ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਐ, ਉੱਥੇ ਕੇਵਲ ਰੱਬ ਦੀ ਗੱਲ ਹੋਏਗੀ। 20-25 ਬੰਦੇ ਖੜੇ ਹੋ ਕੇ ਗੱਪਾਂ ਮਾਰਨ ਲੱਗ ਪੈਣ, ਉਹਨੂੰ ਸਤਸੰਗਤ ਨਹੀਂ ਕਹੋਗੇ ਤੁਸੀਂ। ਸੰਗਤ ਵਿੱਚ ਕੀ ਹੈ? ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਵਾਲੀ ਬਾਤ ਹੈ। ਸੰਗਤ ਵਿੱਚ ਤੇ ਹਰੀ ਆਪ ਵਸਦਾ ਹੈ। ਸੰਗਤ ਵਿੱਚ ਗੁਰੂ ਅਨੁਸਾਰੀ ਬਾਤ ਹੁੰਦੀ ਹੈ। ਇਸ ਕਰਕੇ ਗੁਰੂ ਦੀ ਕਿਰਪਾ ਹੁੰਦੀ ਏ। ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਪਦ ਉੱਚੀ ਆਤਮਿਕ ਅਵਸਥਾ ਜਿਸ 'ਚ ਮਨੁੱਖ ਡੋਲਦਾ ਨਹੀਂ ਹੈ। ਮਨੁੱਖ ਫਿਕਰ ਛੱਡ ਦਿੰਦਾ ਹੈ ਜਿੱਥੇ ਜਾ ਕੇ। ਸੂਕੇ ਕਾਸਟ ਹਰਿਆ, ਸੁੱਕੀ ਲੱਕੜੀ। ਆ ਚਿੰਤਾ ਕਰਦੀ ਕੀ ਹੈ? ਚਿੰਤਾ ਸਾਨੂੰ ਸੁਕਾਉਂਦੀ ਹੈ। ਸਾਡਾ ਅੰਦਰਲਾ ਜੀਵਨ ਸੁੱਕ ਜਾਂਦਾ ਹੈ। ਜੇ ਚਿੰਤਾ ਹੋ ਜਾਏ ਨਾ ਸ਼ੁਰੂ, ਸਾਡਾ ਭਰੋਸਾ ਵੀ ਜਾਂਦਾ ਲੱਗਦਾ ਹੈ। ਚਿੰਤਾ ਤਾਂ ਹੀ ਹੋਈ ਨਾ ਜੇ ਸਾਨੂੰ ਵਿਸ਼ਵਾਸ ਨਹੀਂ ਰਿਹਾ ਵੀ ਗੁਰੂ ਕੁਝ ਕਰੇਗਾ। ਸਾਡੀ ਹਾਲਤ ਇਹ, ਅਸੀਂ ਅਰਦਾਸ ਵੀ ਕਰ ਦਿੰਦੇ ਹਾਂ ਪਰ ਵਿਸ਼ਵਾਸ ਨਹੀਂ ਕਰਦੇ। ਇੱਕ ਬੜੀ ਸੋਹਣੀ ਕਹਾਣੀ ਆਪ ਜੀ ਨੇ ਸੁਣੀ ਹੋਵੇਗੀ। ਕਹਿੰਦੇ ਇੱਕ ਪਿੰਡ ਵਿੱਚ ਮੀਂਹ ਨਹੀਂ ਸੀ ਪੈਂਦੇ। ਮੀਂਹ ਨਾ ਪੈਣ ਕਰਕੇ ਸੋਕੇ ਵਰਗੀ ਸਥਿਤੀ ਹੋ ਗਈ। ਕਾਲ ਪੈਣ ਦੇ ਨੇੜੇ ਹੋ ਗਿਆ। ਹੁਣ ਸਾਰੇ ਬਹੁਤ ਚਿੰਤਤ ਨੇ। ਜਦੋਂ ਮਨੁੱਖ ਦਾ ਆਪਣਾ ਹੱਥ ਪੱਲਾ ਜਿਹੜਾ ਹੈ ਉਹ ਨਹੀਂ ਪੈਂਦਾ ਨਾ, ਫਿਰ ਰੱਬ ਵੱਲ ਖਿਆਲ ਜਾਂਦਾ ਹੈ। ਸਾਰੇ ਪਿੰਡ ਵਾਲੇ ਕਹਿਣ ਲੱਗੇ ਵੀ ਅਸੀਂ ਸਾਰੇ ਇਕੱਠੇ ਹੋ ਕੇ ਨਾ ਰੱਬ ਅੱਗੇ ਅਰਦਾਸ ਕਰਦੇ ਹਾਂ ਵੀ ਮੀਂਹ ਪਾ ਦੇ। ਸਾਰੇ ਇਕੱਠੇ ਹੋ ਗਏ। ਇੱਕ ਦਿਨ ਮੁਕਰਰ ਕੀਤਾ ਵੀ ਇਸ ਦਿਨ ਅਸੀਂ ਅਰਦਾਸ ਕਰਨੀ। ਸਾਰੇ ਆ ਗਏ। ਹੁਣ ਧੁੱਪ ਚੜ੍ਹੀ ਹੋਈ ਹੈ ਕਿਉਂਕਿ ਮੀਂਹ ਤੇ ਪੈ ਨਹੀਂ ਰਿਹਾ। ਸਾਰੇ ਪਹੁੰਚ ਗਏ। ਇੱਕ ਬੱਚਾ ਨਾ ਘਰੋਂ ਛਤਰੀ ਲੈ ਕੇ ਗਿਆ। ਇੱਕ ਸਿਆਣਾ ਕਹਿੰਦਾ ਤੂੰ ਛਤਰੀ ਕਾਹਤੇ ਲੈ ਆਇਆ? ਕਹਿੰਦਾ ਕੋਈ ਮੀਂਹ ਪੈ ਰਿਹਾ। ਕਹਿੰਦਾ ਕਿਉਂ, ਅੱਜ ਅਰਦਾਸ ਨਹੀਂ ਕਰਨੀ, ਮੀਂਹ ਪਊਗਾ ਫਿਰ। ਹੁਣ ਜਿਸ ਭਰੋਸੇ ਨਾਲ ਉਹ ਗਿਆ ਨਾ ਅਰਦਾਸ ਕਰਨ ਵਾਸਤੇ, ਵੱਡੇ ਵੱਡੇ ਜਿਹੜੇ ਉੱਥੇ ਮਹਾਂਪੁਰਸ਼ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਉਹਨਾਂ ਅੰਦਰ ਇਹ ਵਿਸ਼ਵਾਸ ਨਹੀਂ ਸੀ। ਪਰ ਉਹ ਬੱਚੇ ਅੰਦਰ ਵਿਸ਼ਵਾਸ ਸੀ, ਲੈ ਹੁਣ ਤਾਂ ਮੀਂਹ ਪਿਆ ਕਿਉਂਕਿ ਹੁਣ ਰੱਬ ਅੱਗੇ ਜੋ ਅਰਦਾਸ ਕਰਨ ਲੱਗੇ ਆ। ਹੁਣ ਇਹ ਭਰੋਸਾ ਉਦੋਂ ਬਣਦਾ ਹੈ ਜਦੋਂ ਸ਼ੰਕਾ ਨਾ ਹੋਵੇ, ਜਦੋਂ ਸਾਨੂੰ ਚਿੰਤਾ ਜਿਹੜੀ ਹੈਗੀ ਉਹ ਨਿਕਲ ਜਾਏ। ਨਹੀਂ ਹੁਣ ਰੱਬ ਦੇ ਹੱਥ ਚਲੇਗੀ ਸਾਰੀ ਗੱਲ, ਹੁਣ ਕਾਹਦੀ ਚਿੰਤਾ ਹੈ।
ਜਦੋਂ ਮਨੁੱਖ ਸਤਸੰਗਤ ਵਿੱਚ ਬੈਠਦਾ ਹੈ, ਗੁਰੂ ਦੀ ਕਿਰਪਾ ਹੁੰਦੀ ਏ, ਗੁਰੂ ਉਹਨੂੰ ਸਮਝਾ ਦਿੰਦਾ ਹੈ ਕਿ ਰੱਬ ਸਭ ਕੁਝ ਕਰਨ ਵਾਲਾ ਹੈ, ਉਦੋਂ ਪਰਮ ਪਦ ਤੇ ਪਹੁੰਚ ਜਾਂਦਾ ਹੈ, ਅਡੋਲਤਾ ਅਵਸਥਾ ਤੇ ਪਹੁੰਚ ਜਾਂਦਾ ਹੈ। ਫਿਰ ਸੁੱਕਾ ਹੋਇਆ ਜੋ ਕਾਠ ਹੈ ਨਾ, ਜੋ ਸੁੱਕੀ ਹੋਈ ਲੱਕੜੀ ਹੈ, ਉਹਦੇ 'ਚ ਹਰਿਆਪਨ ਆ ਜਾਂਦਾ ਹੈ, ਚਿੰਤਾ ਖਤਮ ਹੋ ਜਾਂਦੀ ਹੈ, ਹਰਿਆਵਲ ਆ ਜਾਂਦੀ ਹੈ। ਆਹ ਉਦਾਹਰਨਾਂ ਨੇ ਸਾਡੇ ਆਲੇ ਦੁਆਲੇ, ਪਰ ਅਸੀਂ ਕਦੇ ਧਿਆਨ ਦਿੱਤਾ ਨਹੀਂ। ਅੱਗੇ ਵੀ ਉਦਾਹਰਨ ਆਏਗੀ। ਆਪਣੇ ਆਲੇ ਦੁਆਲੇ ਝਾਤ ਮਾਰੋ, ਕਿੰਨੇ ਦਰਖਤ ਨੇ। ਇਹਨਾਂ ਦਰਖਤਾਂ ਦੀ ਪਤਾ ਨਹੀਂ ਕਿੰਨੀ ਕਿੰਨੀ ਉਮਰ ਹੋਏਗੀ। ਜੇ ਕਿਸੇ ਦਰਖਤ ਦੀ ਉਮਰ ਨਹੀਂ ਪਤਾ, ਪਰ ਇੱਕ ਐਸਾ ਦਰਖਤ ਹੈ ਜਿਹਦੀ ਉਮਰ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਦਰਬਾਰ ਸਾਹਿਬ ਦੇ ਵਿੱਚ ਵੀ ਕੁਝ ਦਰਖਤ ਲੱਗੇ ਨੇ। ਬਾਬਾ ਬੁੱਢਾ ਜੀ ਦੀ ਬੇਰ ਹੈਗੀ ਹੈ। ਹੁਣ 1604 ਦੀ ਗੱਲ ਹੁੰਦੀ ਕਿ ਉਦੋਂ ਪ੍ਰਕਾਸ਼ ਹੋਇਆ ਸੀ। ਜੇ ਉਦੋਂ ਵੀ ਬੇਰ ਸੀ, ਉਸ ਤੋਂ ਪਹਿਲਾਂ ਵੀ ਸੀ, ਚਲੋ 1604 ਤੋਂ ਹੀ ਲੈ ਲਈਏ, ਤੇ ਕਿੰਨੇ ਸੌ ਸਾਲ ਹੋ ਗਏ। ਯਾਨੀ ਕਿ ਇੰਨੀ ਉਮਰ ਵੀ ਹੋ ਸਕਦੀ ਹੈ ਇੱਕ ਦਰਖਤ ਦੀ। ਪਰ ਚੇਤੇ ਰੱਖਿਓ, ਜਿਵੇਂ ਵੀਰ ਜੀ ਨੇ ਪਹਿਲਾਂ ਬੇਨਤੀ ਕੀਤੀ, ਕਿਸੇ ਦੇ ਪੰਖ ਨੇ, ਕਿਸੇ ਕੋਲ ਦੁੱਧ ਹੈ, ਕਿਸੇ ਕੋਲ ਪੈਰ ਨੇ। ਹੁਣ ਇਹਦੀਆਂ ਟਹਿਣੀਆਂ ਉੱਤੇ ਜਿਨ੍ਹਾਂ ਕੋਲ ਪੰਖ ਨੇ, ਉਹ ਆਪਣਾ ਆਲਣਾ ਬਣਾ ਲੈਂਦੇ ਨੇ। ਇਹਦੀ ਛਾਂ ਵਿੱਚ ਜਿਨ੍ਹਾਂ ਦੇ ਪੈਰ ਨੇ, ਆ ਕੇ ਆਰਾਮ ਕਰ ਲੈਂਦੇ ਨੇ। ਪਰ ਜਿਸ ਵੇਲੇ ਸੋਕਾ ਪੈ ਜਾਏ, ਜਿਨ੍ਹਾਂ ਦੇ ਪੰਖ ਸੀ ਉਹ ਉੱਡ ਗਏ, ਜਿਨ੍ਹਾਂ ਦੇ ਪੈਰ ਸੀ ਉਹ ਦੌੜ ਗਏ। ਇਹ ਕਿੱਥੇ ਜਾਏਗਾ? ਇਹ ਤੇ ਤੁਰ ਵੀ ਨਹੀਂ ਸਕਦਾ। ਇਹ ਤੇ ਇੱਕ ਟੰਗ ਤੇ ਖੜਾ ਹੋਇਆ ਸਾਰੀ ਜ਼ਿੰਦਗੀ। ਪਰ ਵੇਖੋ ਰੱਬ ਕਿੰਨਾ ਦਿਆਲੂ ਹੈ, ਉਹਨੂੰ ਸਾਰੀ ਉਮਰ ਉੱਤੇ ਖੜੇ ਖੜੇ ਨੂੰ ਸਭ ਕੁਝ ਦਿੰਦਾ ਹੈ। ਇੱਕ ਸਿਆਣਾ ਕਹਿੰਦਾ ਮੈਨੂੰ ਤੇ ਇੰਜ ਲੱਗਦਾ ਵੀ ਇਹ ਨਹੀਂ ਜਾ ਸਕਦਾ, ਇਹਦੀ ਖਾਤਰ ਰੱਬ ਉੱਪਰੋਂ ਮੀਂਹ ਪਵਾ ਦਿੰਦਾ ਹੈ। ਲੈ ਤੇਰੇ ਮੂੰਹ 'ਚ ਪਾਣੀ ਨਾ ਮੈਂ ਇੱਥੇ ਖੜਾ ਖੜੇ ਪਾ ਦਾਂਗਾ, ਤੂੰ ਚਿੰਤਾ ਨਾ ਕਰ। ਰੱਬ ਕਿੰਨਾ ਦਿਆਲੂ ਹੈ। ਰੱਬ ਨੇ ਕਿਵੇਂ ਸਭ ਨੂੰ ਰਿਜ਼ਕ ਦਿੱਤਾ ਹੈ। ਇੱਕ ਹੋਰ ਕਹਾਣੀ ਬੜੀ ਕਮਾਲ ਦੀ ਹੈ, ਤਾਂ ਕਿ ਸਾਡੇ ਮਨ ਵਿੱਚ ਵੀ ਵਿਸ਼ਵਾਸ ਪੈਦਾ ਹੋਵੇ, ਕਿਉਂਕਿ ਵਿਸ਼ਵਾਸ ਹੀ ਡੋਲਿਆ ਫਿਰਦਾ ਹੈ। ਅਰਦਾਸ ਕਰਨ ਤੋਂ ਬਾਵਜੂਦ ਵੀ ਅਸੀਂ ਹੋਰ ਥਾਵਾਂ ਤੇ ਫਿਰ ਇਸੇ ਕਰਕੇ ਭਟਕ ਰਹੇ ਹਾਂ ਨਾ, ਕਿਉਂਕਿ ਵਿਸ਼ਵਾਸ ਨਹੀਂ ਹੈ। ਕਹਿੰਦੇ ਜਦੋਂ ਊਂਠ ਦੀ ਹੋਂਦ ਆਈ ਨਾ, ਤੇ ਕਿਸ ਨੇ ਕਿਹਾ, ਕਹਿੰਦੇ ਲੈ ਵੀ ਮਿੱਤਰਾ ਤੂੰ ਤੇ ਫਸ ਗਿਆ। ਊਂਠ ਕਹਿੰਦਾ ਮੈਂ ਕਿਵੇਂ ਫਸ ਗਿਆ? ਕਹਿੰਦੇ ਤੇਰੀ ਡਿਊਟੀ ਲੱਗੀ ਉੱਥੇ, ਤੇਰਾ ਵਾਸਾ ਹੈ ਉਸ ਥਾਂ ਉੱਤੇ ਜਿੱਥੇ ਰੇਤਾ ਹੀ ਰੇਤਾ ਹੈ। ਆਹ ਵੇਖ, ਕਹਿੰਦੇ ਬੜੀ ਤੇਜ਼ ਦੌੜਨ ਵਾਲਾ ਚੀਤਾ ਹੈ, ਇਹ ਨਹੀਂ ਉੱਥੇ ਤੁਰ ਸਕਦਾ। ਆਹ ਘੋੜੇ ਨੇ ਦੌੜਨ ਵਾਲੇ, ਇਹਨਾਂ ਦੀ ਚਾਲ ਉੱਥੇ ਮੱਧਮ ਪੈ ਜਾਂਦੀ ਹੈ। ਤੂੰ ਸਾਰੀ ਜ਼ਿੰਦਗੀ ਉੱਥੇ ਬਤੀਤ ਕਰਨੀ, ਤੂੰ ਕਿਵੇਂ ਤੁਰੇਂਗਾ? ਉੱਥੇ ਤੇ ਦੂਰ ਦੂਰ ਤੱਕ ਪਾਣੀ ਦਾ ਨਾਮੋ ਨਿਸ਼ਾਨ ਨਹੀਂ, ਦੂਰ ਦੂਰ ਤੱਕ ਉੱਥੇ ਕੋਈ ਦਰਖਤ ਆਦਿਕ ਨਜ਼ਰ ਨਹੀਂ ਆਉਂਦਾ। ਤੂੰ ਪਾਣੀ ਕਿਵੇਂ ਪੀਏਂਗਾ? ਤੂੰ ਘਾਹ ਆਦਿਕ ਕਿਵੇਂ ਖਾਏਂਗਾ? ਜਦੋਂ ਗਰਮੀ ਪੈਂਦੀ ਹੈ, ਰੇਤ ਤਪਦਾ ਹੈ, ਬੜਾ ਗਰਮ ਹੋ ਜਾਂਦਾ ਹੈ। ਤੇਰਾ ਤਾਂ ਸਰੀਰ ਇੰਨਾ ਵੱਡਾ, ਤੇਰੇ ਵਾਸਤੇ ਤੰਬੂ ਨਹੀਂ ਕਿਸ ਨੇ ਲਾ ਕੇ ਦੇਣਾ, ਤੂੰ ਤਾਂ ਸੜ ਜਾਏਗਾ ਉੱਥੇ। ਕਹਿੰਦੇ ਊਂਠ ਡਰ ਗਿਆ ਤੇ ਦੌੜ ਗਿਆ ਰੱਬ ਕੋਲ ਜਾ ਕੇ। ਕਹਿੰਦੇ ਰੱਬਾ ਮੈਨੂੰ ਡਰਾਉਂਦੇ ਐ। ਤੇ ਰੱਬ ਅੱਗੋਂ ਕਹਿੰਦਾ ਬੇਟਾ, ਕਿਉਂਕਿ ਰੱਬ ਦੇ ਤਾਂ ਸਾਰੇ ਪੁੱਤਰ ਨੇ ਨਾ। ਕਹਾਣੀ ਕਹਿੰਦੀ ਰੱਬ ਕਹਿੰਦਾ ਬੇਟਾ ਕੀ ਫਿਕਰ ਹੈ, ਕੀ ਚਿੰਤਾ ਹੈ? ਕਹਿੰਦੇ ਮੇਰੀ ਡਿਊਟੀ ਬੜੀ ਐਸੀ ਥਾਂ ਤੇ ਲੱਗ ਗਈ ਹੈ ਜਿੱਥੇ ਕਹਿੰਦੇ ਤੁਰਿਆ ਨਹੀਂ ਜਾਂਦਾ। ਤੇ ਮੇਰੇ ਮਾਲਕ ਕਹਿੰਦੇ ਹਾਂ ਮੈਨੂੰ ਪਤਾ ਹੈ ਪੁੱਤਰਾ, ਆਪਣੇ ਪੈਰਾਂ ਨੂੰ ਦੇਖ, ਮੈਂ ਇੰਤਜ਼ਾਮ ਇਸੇ ਕਰਕੇ ਪਹਿਲਾਂ ਕਰ ਦਿੱਤਾ ਹੈ। ਦੁਨੀਆ ਵਿੱਚ ਜਹਾਜ਼ ਬਹੁਤ ਹੋਣਗੇ, ਪਰ ਮਾਰੂਥਲ ਦਾ ਜੇ ਜਹਾਜ਼ ਹੋਏਗਾ ਤੇ ਮੇਰਾ ਤੂੰ ਬੱਚਾ ਹੀ ਹੋਏਗਾ। ਤੈਨੂੰ ਪਹਿਲੇ ਇੰਤਜ਼ਾਮ ਕਰ ਦਿੱਤਾ, ਚਿੰਤਾ ਨਾ ਕਰ। ਕਹਿੰਦਾ ਦੂਜੀ ਚਿੰਤਾ, ਕਹਿੰਦੇ ਉੱਤੇ ਪਾਣੀ ਨਹੀਂ ਮਿਲਦਾ, ਮੇਰਾ ਸਰੀਰ ਬਹੁਤ ਵੱਡਾ ਹੈ, ਮੈਨੂੰ ਪਾਣੀ ਦੀ ਬਹੁਤ ਲੋੜ ਹੈ। ਤੇ ਕਹਿੰਦੇ ਬੇਟਾ ਇਹਦਾ ਵੀ ਇੰਤਜ਼ਾਮ ਕੀਤਾ ਹੈ, ਤੇਰੇ ਸਰੀਰ ਦੇ ਅੰਦਰ ਇੱਕ ਐਸਾ ਖਾਨਾ ਬਣਾਇਆ ਹੈ ਨਾ ਕਿ ਜਦੋਂ ਪਾਣੀ ਮਿਲੇਗਾ ਤੂੰ ਕਿਤਨੇ ਦਿਨਾਂ ਦਾ ਪਾਣੀ ਉਹਦੇ ਵਿੱਚ ਸਟੋਰ ਕਰ ਸਕੇਗਾ, ਤਾਂ ਕਿ ਲੋੜ ਪੈਣ ਤੇ ਅੰਦਰੋਂ ਹੀ ਤੂੰ ਵਰਤ ਸਕੇ। ਮੇਰੇ ਮਾਲਕਾ ਇੱਕ ਹੋਰ ਗੱਲ ਕਹਿੰਦੇ, ਉੱਤੇ ਖਾਣ ਪੀਣ ਨੂੰ ਵੀ ਕੋਈ ਲੱਭਦਾ ਨਹੀਂ। ਤੇ ਰੱਬ ਪਿਤਾ ਕਹਿੰਦੇ ਨੇ, ਕਹਿੰਦੇ ਹਾਂ ਮੈਨੂੰ ਪਤਾ, ਇਸ ਕਰਕੇ ਤੇਰੇ ਸਰੀਰ ਦੀ ਬਣਾਵਟ ਹੀ ਐਸੀ ਆ। ਵੇਖ ਜੋ ਤੇਰੀ ਪਿੱਠ ਦੇ ਉੱਤੇ ਉੱਚਾ ਜਿਹਾ ਥਾਂ ਬਣਿਆ ਹੋਇਆ ਹੈ ਨਾ, ਉਭੜਿਆ ਹੋਇਆ ਜੋ ਉੱਪਰ ਪਿੱਠ ਦੇ ਉੱਤੇ, ਇਹ ਤੇਰੀ ਰੋਟੀ ਦਾ ਸਟੋਰ ਹੀ ਹੈ। ਜੋ ਤੂੰ ਖਾਏਂਗਾ, ਜਦੋਂ ਮਿਲ ਜਾਏਗਾ ਨਾ ਤੈਨੂੰ, ਤੂੰ ਇੰਨਾ ਖਾ ਸਕੇਂਗਾ ਕਿ ਤੇਰੀ ਇਹਦੇ ਵਿੱਚ ਚਰਬੀ ਸਟੋਰ ਹੋ ਜਾਏਗੀ। ਔਰ ਜਦੋਂ ਖਾਣ ਵਾਸਤੇ ਨਹੀਂ ਮਿਲੇਗਾ, ਇਸੇ ਚਰਬੀ ਨੇ
तेरी खुराक का काम पूरा कर देना, तू भुखा नहीं मरेगा। सच्चे पातशाह हुण बड़ा मन ठहर गया, पर एक गल होर, कहंदे रेत गर्म बहुत हो जाती है, मेरे वास्ते किसी ने तंबू भी नहीं लाउणा, जदों मैं बैठांगा मैं तो सड़ जांगा। हजूर मुस्कुरा के कहन लगे, कहंदे अपने शरीर नूं देख, जिहड़ा जिहड़ा अंग बैठण लग्या थल्ले लगदा जमीन दे नाल, उत्थे उत्थे मैं गदेले पहले ही लगा दिते। तुसीं कदे किसी ऊंट दा शरीर देखियो, जे किसी ने छेड़छाड़ ना कीती होवे, उहदे गोडियां उत्ते उहदे छाती दे उत्ते एक खास प्रकार दा गदेला टाइप मेरे मालिक ने लाया होया है, ताकि सड़े ना। ਹੁਣ ਰੱਬ ने तो इन्ना इंतजाम किया, इस संगत विच आके पता लगता है कि मालिक ने सारे जीवां उत्ते अति कृपा करके सब दा ख्याल रखिया। जदों मनुख संगत विच पहुंचदा है, गुरु तो रब दियां ऐसियां कहानियां सुनदा है, फिर उहदा मन उस परम अवस्था ते पहुंच जाता है। तो जो पहला चिंता दे नाल सड़िया सुकिया होया सी, हुण वो भरोसे दे नाल हरिया भरिया हो जाता है, निश्चिंत हो जाता है जी। ਜਿਹੜੀ ਲੱਕੜ ਸੁੱਕ ਜਾਏ ਉਹ ਆਪਣਾ ਸਾਰਾ ਸਰਮਾਇਆ ਗਵਾ ਲੈਂਦੀ ਹੈ। ਜਿਹੜਾ ਦਰਖਤ ਸੁੱਕ ਜਾਏ ਉਹ ਆਪਣਾ ਸਾਰਾ ਸਰਮਾਇਆ ਗਵਾ ਲੈਂਦਾ ਹੈ। ਉਹਦੇ ਪੱਤੇ ਵੀ ਨਹੀਂ ਹੁੰਦੇ, ਉਹਦੇ ਫੁੱਲ ਵੀ ਨਹੀਂ ਹੁੰਦੇ, ਉਹਦੇ ਫਲ ਵੀ ਨਹੀਂ ਹੁੰਦੇ, ਉਹਦੀ ਛਾਂ ਵੀ ਬਾਕੀ ਨਹੀਂ ਰਹਿੰਦੀ, ਉਹਦੀ ਰੌਣਕ ਉੱਜੜ ਜਾਂਦੀ ਹੈ। ਜੇ ਕਿਤੇ ਉਹਦੇ ਕੋਲ पानी ना मिले, सुक जाए, तो वह कोई साधन नहीं बनता। रब भी कृपा करे। हुण वो सुकी हुई जिहड़ा सुकिया हुआ दरख्त है, अगर उन्हें मुड़ हरा होना है तो उसकी जिंदगी में इको एक साधन है, मैनूं पानी मिल जाए। पानी मिल जाए, दरख्त हरा हो गया, उन्होंने पत्ते मंगने नहीं पे, वो अंदरों ही पैदा हो गए। ਉਹਨੂੰ ਫਲ ਮੰਗਣੇ ਨਹੀਂ ਪਏ, ਉਹਦੇ ਅੰਦਰੋਂ ਹੀ ਪੈਦਾ ਹੋ ਗਏ। ਉਹਨੂੰ ਫੁੱਲ ਮੰਗਣੇ ਨਹੀਂ ਪਏ, ਉਹਦੇ ਅੰਦਰੋਂ ਹੀ ਪੈਦਾ ਹੋ ਗਏ। ਇਸੇ ਤਰ੍ਹਾਂ ਮਨੁੱਖ ਦਾ ਅੰਦਰ ਹੈ ਨਾ ਜਿਹੜਾ, ਉਹ ਸੁੱਕੀ ਲੱਕੜ ਵਾਂਗੂ ਸੁੱਕ ਗਿਆ, ਔਰ ਇਹਦੇ ਸੁੱਖਾਂ ਦੇ ਫਲ, ਇਹਦੇ ਪਵਿੱਤਰ ਖੁਸ਼ੀਆਂ ਦੇ ਪੱਤੇ, ਇਹਦੀ ਜ਼ਿੰਦਗੀ ਦੇ ਆਨੰਦ ਦੇ ਫੁੱਲ ਸਭ ਕੁਝ ਗੁਆਚ ਗਏ। ਹੁਣ ਬੰਦਾ ਕਲਪਿਆ ਤੇ ਨਜ਼ਰ ਆਉਂਦਾ ਹੈ, ਨਾ ਇਹਦੇ ਕੋਲ ਫੁੱਲ ਨੇ, ਨਾ ਇਹਦੇ ਕੋਲ ਫਲ ਨੇ, ਨਾ ਇਹਦੇ ਕੋਲ ਪੱਤੇ ਨੇ, ਇਹਦੇ ਕੋਲ ਛਾਂ ਵੀ ਕੋਈ ਨਹੀਂ, ਤਪਿਆ ਪਿਆ। ਜਿਹਨੂੰ ਮਰਜੀ ਉਂਗਲ ਰੱਖ ਕੇ ਦੇਖ ਲਓ, ਹਰ ਘਰ ਵਿੱਚ ਤਪਿਆ ਹੋਇਆ ਨਜ਼ਰ ਆਏਗਾ। ਦੋ ਸਵਾਲ ਨਹੀਂ ਬੰਦਾ ਸਹਾਰਦਾ, ਤੀਜੀ ਗੱਲ ਨੂੰ ਕਲਪਿਆ ਪਿਆ। ਕਿਸੇ ਪੱਖ ਵਿੱਚ ਦੇਖ ਲਓ, ਮਾਇਆਧਾਰੀ ਨੂੰ ਵੇਖ ਲਓ, ਰਾਜਨੀਤਿਕ ਦੁਨੀਆ ਨੂੰ ਵੇਖ ਲਓ। ਇੱਥੋਂ ਤੱਕ ਮੈਨੂੰ ਮਾਫ ਕਰਨਾ, धार्मिक दुनिया विच भी धर्मी कपड़े पाके पर पूरा धर्म का जीवन ना गुजारन वाले लोग भी तपे हुए नजर आउणगे। साहब कहंदे ने भी भलियो, एक गल तो स्पष्ट हो गई, एक गल तो स्पष्ट हो गई भई दरख्तां नूं भी रब रिजक देंदा, सब नूं रिजक देंदा है। साहब ने कृपा की, कहन लगे पुत्र, जे तू अपना आप हरा करना चाहना है तो तू आ संगत विच, संगत विच मिलणगियां तैनूं दो चीज़ां। पहली चीज़ मिलेगी संगत विच की है, संगत विच रब ते भरोसा बनाया जाता है। आपां रोज़ चाहुंदे संगत विच की लैसन मिलता है, भरोसे का ही लैसन मिलता है ना रोज़ रोज़। जांकै हृदय विश्वास प्रभ आया, तत् ज्ञान जिस मन प्रगटाया। हुण इकल्ला विश्वास नहीं मिलिया, ये बख्शिश का पानी मिल गया, ये रहमत का पानी मिल गया। साडा अंदरला हरा होण लग पिया, हौली हौली अंदरला हरा होण लग पिया। फिर एक दिन वक्त आवेगा जिस दिन सिख आपे ही बेनती करन लग जाएगा, आपे ही मालिक के चरणों में बेनती करन लग जाएगा कि मेरे मालिक तू कृपा कर, बख्शिश कर। नानक नाम मिले तां जीवा, तन मन थीवे हरिया। मेरा तन मन खेड़े विच आ जाता है, उहदे सब कुछ जिहड़ी दौलत गुआची हुई है वो सब कुछ मिल जाती है। पर ये मिलनी कदों है, जदों संगत विच आ गया। संगत तो बाहर नहीं मिलनी। जे असी संगत विच आउणे हैं तो इत्थे की करन आउणे हैं, अपने अंदरली सुक्की लक्कड़ नूं बख्शिश दा पानी देण आउणे हैं।
ਫਿਰ ਸੁੱਖ ਮੰਗਣ ਦੀ ਲੋੜ ਨਹੀਂ, ਫਿਰ ਇਹਦੇ ਅੰਦਰੋਂ ਹੀ ਪੈਦਾ ਹੋ ਜਾਣੇ ਨੇ। ਫਿਰ ਆਪੇ ਹੀ ਕਵੇਗਾ ਘਰ ਸੁੱਖ ਬਸਿਆ ਬਾਹਰ ਸੁੱਖ ਪਾਇਆ, ਕਿਵੇਂ? ਕਹੋ ਨਾਨਕ ਗੁਰ ਮੰਤਰ ਦਿਲੜਾਇਆ। ਉਹਦੇ ਮੰਤਰ ਦਾ ਸਦਕਾ ਮੇਰੇ ਜੀਵਨ ਦੇ ਅੰਦਰੋਂ ਹੀ ਮੈਨੂੰ ਪਰਮ ਸੁੱਖ ਮਿਲ ਗਿਆ, ਮੇਰੇ ਜੀਵਨ ਦੇ ਅੰਦਰੋਂ ਹੀ ਮੈਨੂੰ ਪੱਤੇ ਮਿਲ ਗਏ, ਮੇਰੇ ਜੀਵਨ ਦੇ ਅੰਦਰੋਂ ਹੀ ਮੈਨੂੰ ਫਲ ਮਿਲ ਗਿਆ। ਮੇਰੀ ਹੁਣ ਸਾਰੀ ਤ੍ਰਿਪਤੀ ਹੋ ਗਈ ਹੈ, ਮੇਰੀ ਹੁਣ ਭਟਕਣਾ ਖਤਮ ਹੋ ਗਈ। ਪਰ ਸੰਗਤ ਵਿੱਚ ਆ ਜਾਏ ਸਹੀ, ਪਹਿਲੀ ਗੱਲ ਇਹਨੂੰ ਵਿਸ਼ਵਾਸ ਮਿਲੇਗਾ, ਇੱਥੇ ਆ ਕੇ ਭਰੋਸਾ ਵਧੇਗਾ ਵੀ ਮਾਲਕ ਸਭ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਦਾ ਹੈ। ਮਨਾ ਤੂੰ ਕਿਉਂ ਚਿੰਤਾ ਕਰਨਾ ਹੈ, ਕਿਉਂ ਚਿੰਤਾ ਕਰਨਾ ਹੈ? ਰੱਬ ਦੀ ਕਿਰਪਾ ਬਖਸ਼ਿਸ਼ ਹੋਵੇਗੀ। ਦੂਜੀ ਗੱਲ ਸਾਹਿਬ ਕਹਿੰਦੇ ਵੀ ਇੱਥੇ ਕੱਲੀ ਦੁਨੀਆ ਵਿੱਚ ਇੱਕ ਗੱਲ, ਉਹ ਇਕਹਿਰਾਪਣ ਹੈ। ਦੁਨੀਆ ਵਿੱਚ ਤੁਸੀਂ ਕਿਤੇ ਵੀ ਜਾਓਗੇ ਨਾ, ਉੱਥੇ ਡਬਲ ਨਹੀਂ ਮਿਲਦਾ, ਉੱਥੇ ਇਕੱਲਾ ਹੀ ਮਿਲਦਾ ਹੈ। ਜੇ ਤੁਸੀਂ ਦੁਨੀਆ ਵਿੱਚ ਕਿਤੇ ਵੀ ਜਾਵੋ, ਮੰਨ ਲਓ ਵੀ ਕਿਸੇ ਦੇ ਘਰ, ਮੈਂ ਕਿਸੇ ਦੀ ਫੈਕਟਰੀ 'ਚ ਕੰਮ ਕਰਦਾ, ਕਿਸੇ ਦੀ ਕੰਪਨੀ 'ਚ ਕੰਮ ਕਰਦੇ ਤੇ ਪੈਸੇ ਮਿਲਦੇ ਨੇ, ਇੱਕੋ ਹੀ ਪੱਖ ਹੈ। ਜੇ ਇੱਥੇ ਗੁਰੂ ਚਰਨਾਂ ਵਿੱਚ ਆਉਂਦੇ ਹੋ, ਆਇਆ ਤੇ ਮੈਂ ਇਸ ਲਈ ਸੀ ਵੀ ਮੈਨੂੰ ਦੁਨਿਆਵੀ ਸੁੱਖ ਮਿਲ ਜਾਣ। ਮੇਰਾ ਗੁਰੂ ਐਡਾ ਸੂਰਮਾ ਸੀ, ਦੋਵੇਂ ਥਾਮ ਰੱਖੇ ਗੁਰਸੂਰੇ। ਮੈਨੂੰ ਪਤਾ ਵੀ ਨਹੀਂ ਲੱਗਿਆ, ਮੈਂ ਤੇ ਦੁਨਿਆਵੀ ਦਾਤਾਂ ਵਿੱਚ ਹੀ ਉਲਝਿਆ ਹੋਇਆ ਸਾਂ। ਪਤਾ ਉਦੋਂ ਲੱਗਿਆ ਜਦੋਂ ਮੈਂ ਦੁਨੀਆ ਤੋਂ ਚਲਾਣਾ ਕਰਨ ਲੱਗਿਆ। ਗੁਰੂ ਨੇ ਆਖਿਆ ਪੁੱਤਰ ਮੈਨੂੰ ਰੋਜ਼ ਸੀਸ ਨਿਭਾਉਣ ਵਾਲਿਆ, ਗੁਰੂ ਨੇ ਆਖਿਆ ਰੋਜ਼ ਸੰਗਤ ਵਿੱਚ ਬੈਠਣ ਵਾਲਿਆ, ਤੂੰ ਤੇ ਬਾਹਰਲੀ ਦੁਨੀਆ ਵਿੱਚ ਹੀ ਉਲਝਿਆ ਰਿਹਾ, ਪਰ ਝਾਤ ਮਾਰ ਕੇ ਦੇਖ ਮੈਂ ਤੇਰਾ ਉਹ ਵੀ ਕਾਰਜ ਕਰ ਦਿੱਤਾ ਹੈ ਜਿਹਨੂੰ ਭਾਈ ਗੁਰਦਾਸ ਜੀ ਆਖਦੇ ਨੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ। ਇਹ ਤੇ ਨਹੀਂ ਨਾ ਕੋਈ ਕਹਿ ਸਕਦਾ ਵੀ ਬਾਣੀ ਪੜ੍ਹਿਆ, ਇਹ ਤੇ ਨਹੀਂ ਨਾ ਕੋਈ ਕਹਿ ਸਕਦਾ ਵੀ ਸਿਮਰਨ ਕਰਿਆ, ਇਹ ਤੇ ਨਹੀਂ ਨਾ ਕੋਈ ਕਹਿ ਸਕਦਾ ਵੀ ਰੱਬੀ ਯਾਦ ਵਿੱਚ ਜੁੜਿਆ, ਇਹ ਤੇ ਨਹੀਂ ਨਾ ਕੋਈ ਕਹਿ ਸਕਦਾ ਵੀ ਰੱਬੀ ਹੁਕਮ ਵਿੱਚ ਤੁਰਿਆ, ਕੇਵਲ ਮੈਨੂੰ ਦੁਨਿਆਵੀ ਸੁੱਖ ਮਿਲਦੇ ਨੇ। ਨਹੀਂ, ਉਹ ਤੇ ਅੰਦਰਲਾ ਸੁੱਖ ਵੀ, ਅੰਦਰੂਨੀ ਸੁੱਖ ਵੀ ਤੇ ਬਾਹਰੀ ਸੁੱਖ ਵੀ, ਲੋਕ ਦਾ ਸੁੱਖ ਵੀ ਪਰਲੋਕ ਦਾ ਸੁੱਖ ਵੀ। ਇਹਾਂ ਸੁੱਖ ਆਗੇ ਮੁਖ ਉਜਲ, ਦੋਵੇਂ ਦਾਤਾ ਮੇਰਾ ਗੁਰੂ ਦੇ ਦਿੰਦਾ। ਉਹਨੂੰ ਕਹਿੰਦੇ ਨੇ ਪਰਮ ਪਦਵੀ ਪ੍ਰਾਪਤ ਕਰਨਾ। ਮੇਰਾ ਗੁਰੂ ਦੁਨਿਆਵੀ ਤੌਰ ਤੇ ਸਾਡਾ ਜੀਵਨ ਵੀ ਹਰਾ ਕਰ ਦਿੰਦਾ, ਗੁਆਚਿਆ ਸਰਮਾਇਆ ਵਾਪਸ ਮੋੜ ਦਿੰਦਾ। ਗਈ ਬਹੋੜ ਬੰਦੀ ਛੋੜ, ਜਿਹੜੀ ਬਹੋੜ ਵਾਪਸ ਕਰ ਦੇਣੀ। ਮੇਰੀ ਦੌਲਤ ਗੁਆਚੀ ਹੋਈ ਸੀ, ਰੱਬ ਨੇ ਕਿਰਪਾ ਕਰਕੇ ਉਹ ਮੈਨੂੰ ਵਾਪਸ ਕਰ ਦਿੱਤੀ ਜਦੋਂ ਮੈਂ ਉਹਦੇ ਗੁਰੂ ਚਰਨਾਂ ਵਿੱਚ ਆ ਕੇ ਜੁੜਿਆ। ਤੇ ਇੱਥੇ ਹੀ ਬਸ ਨਹੀਂ, ਮੈਨੂੰ ਪਰਮ ਪਦਵੀ ਵੀ ਮਿਲ ਗਈ, ਉਹ ਉੱਚੀ ਅਵਸਥਾ ਮਿਲ ਗਈ, ਜਿਹਦੇ ਕਾਰਨ ਕਰਕੇ ਵਿਕਾਰਾਂ ਰੂਪੀ ਜਿਹੜੇ ਨਿੱਕੇ ਨਿੱਕੇ ਚਾਕਰ ਸਨ, ਹੁਣ ਮੈਂ ਪਹਿਲਾਂ ਉਹਨਾਂ ਦੀ ਚਾਕਰੀ ਕਰਦਾ ਸਾਂ, ਹੁਣ ਮੇਰੇ ਕੋਲ ਅਹੁਦਾ ਹੀ ਬਹੁਤ ਵੱਡਾ ਹੈ, ਇਹ ਮੇਰੀ ਚਾਕਰੀ ਕਰਦੇ ਨੇ। ਹੁਣ ਮੇਰੇ ਜੀਵਨ ਅੰਦਰ ਕੋਈ ਭਟਕਣਾ ਨਹੀਂ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਏ ਨਾ ਕਿਸਕੀ ਤਰਿਆ, ਸਿਰ ਸਿਰ ਰਿਜ਼ਕ ਸੰਭਾਗੇ ਠਾਕੁਰ, ਕਾਹੇ ਮਨ ਭਉ ਕਰਿਆ। ਜਨਨ, ਜਨਨ ਮੈਨੇ ਜਨਨੀ, ਜਨਮ ਦੇਣ ਵਾਲੀ ਮਾਤਾ। ਪਿਤਾ ਲੋਕ, ਇਹ ਸੰਸਾਰੀ ਲੋਕ। ਸੁਤ, ਸੁਤ ਦਾ ਅਰਥ ਹੈ ਪੁੱਤਰ। ਬਨਿਤਾ ਮੈਨੇ ਇਸਤਰੀ। ਮਨੁੱਖ ਸੋਚਦਾ ਹੈ ਵੀ ਕਿਸੇ ਵਿੱਚ ਇਹਦਾ ਸਹਾਰਾ ਹੈ, ਕਿਸੇ ਵਿੱਚ ਇਹਦਾ ਸਹਾਰਾ ਹੈ। ਜਿਸ ਵੇਲੇ ਮੈਂ ਬੱਚਾ ਸੀ ਉਦੋਂ ਮਾਂ ਨੇ ਮੈਨੂੰ ਪਾਲਿਆ। ਇਹ ਗੱਲ ਖਿਆਲ ਕਰਨਾ, ਰੱਬ ਦੀ ਖੇਡ ਇੱਕ ਐਸੀ ਹੈ ਕਿ ਦਿੰਦਾ ਸਭ ਕੁਝ ਆਪ ਹੈ ਉਹ, ਪਰ ਹੈ ਇਨਡਾਇਰੈਕਟ, ਕਿਸੇ ਦੇ ਜ਼ਰੀਏ ਨਾਲ ਦਿੰਦਾ। ਜ਼ਰੀਆ ਨਜ਼ਰ ਆਉਂਦਾ, ਦੇਣ ਵਾਲਾ ਨਜ਼ਰ ਨਹੀਂ ਆਉਂਦਾ। ਸਾਡੀ ਇਹ ਗਲਤੀ ਹੋ ਜਾਂਦੀ ਹੈ ਕਿ ਅਸੀਂ ਜ਼ਰੀਏ ਨੂੰ ਹੀ ਦਾਤਾ ਸਮਝ ਲੈਂਦੇ ਹਾਂ। ਜਿਵੇਂ ਰਸਤੇ ਵਿੱਚ ਛਬੀਲ ਲੱਗੀ ਹੋਵੇ ਨਾ ਪਾਣੀ ਦੀ, ਤੇ ਉੱਥੇ ਕਿਸੇ ਦੀ ਡਿਊਟੀ ਲੱਗੀ ਹੋਵੇ, ਉਹ ਪਾਣੀ ਪਿਆ ਰਿਹਾ, ਅਸੀਂ ਕਹਿੰਦੇ ਲੈ ਵੀ ਇਹ ਬੜਾ ਪਰਉਪਕਾਰੀ ਨੇ ਛਬੀਲ ਲਗਾਈ। ਪਤਾ ਉਦੋਂ ਲੱਗਦਾ ਇਹ ਤਾਂ ਦਿਹਾੜੀ ਤੇ ਹੈ, ਇਹਨੂੰ ਤਾਂ 150 ਰੁਪਇਆ ਮਿਲਣਾ ਹੈ। ਛਬੀਲ ਤੇ ਕਿਸੇ ਹੋਰ ਨੇ ਲਗਵਾਈ ਹੈ ਜਿਹੜਾ ਨਜ਼ਰ ਵੀ ਨਹੀਂ ਆਉਂਦਾ। ਅਸੀਂ ਦੇਖਦੇ ਹਾਂ ਕਿ ਸੂਰਜ ਤੋਂ ਸਾਨੂੰ ਮਿਲਦੀ ਰੋਸ਼ਨੀ, ਅਸੀਂ ਸੂਰਜ ਦੀ ਪੂਜਾ ਸ਼ੁਰੂ ਕਰ ਦਿੱਤੀ, ਪਰ ਸੂਰਜ ਦੇ ਰਾਹੀਂ ਰੱਬ ਦਿੰਦਾ ਰੋਸ਼ਨੀ। ਰੱਬ ਨਜ਼ਰ ਨਹੀਂ ਆਉਂਦਾ, ਰੱਬ ਦਾ ਖਿਆਲ ਵੀ ਨਹੀਂ ਆਉਂਦਾ। ਇਸੇ ਤਰੀਕੇ ਨਾਲ ਰੱਬ ਮਾਂ ਦੇ ਰਾਹੀਂ ਸਾਡਾ ਢਿੱਡ ਭਰਦਾ ਹੈ। ਮਾਂ ਯਾਦ ਆਉਂਦੀ ਹੈ, ਰੱਬ ਚੇਤੇ ਨਹੀਂ ਜੇ ਆਉਂਦਾ। ਸਤਿਗੁਰੂ ਜੀ ਸਾਨੂੰ ਹੋਰ ਅੱਗੇ ਲੈ ਕੇ ਜਾਂਦੇ ਨੇ। ਸਤ ਸੰਗਤ ਵਿੱਚ ਜਾ ਕੇ ਪਤਾ ਕੀ ਲੱਗਦਾ ਹੈ, ਗੁਰੂ ਦੀ ਕਿਰਪਾ ਨਾਲ ਪਤਾ ਕੀ ਲੱਗਦਾ ਹੈ
ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ। ਹੁਣ ਦੇਖੋ ਧਰਿਆ ਸ਼ਬਦ ਵੀ ਜਿਹੜਾ ਹੈ ਨਾ, ਇਹਦੇ ਵਿੱਚ ਲਗਭਗ 3 ਵਾਰੀ ਆਉਂਦਾ ਹੈ। ਪਹਿਲਾਂ ਪੜ੍ਹ ਚੁੱਕੇ ਹਾਂ, ਤਾਕਾ ਰਿਜ਼ਕ ਆਗੈ ਕਰ ਧਰਿਆ, ਉੱਥੇ ਵੀ ਧਰਿਆ ਸ਼ਬਦ ਆਇਆ। ਹੁਣ ਕੋਈ ਨਾ ਕਿਸ ਕੀ ਧਰਿਆ, ਇੱਥੇ ਵੀ ਧਰਿਆ ਸ਼ਬਦ ਆਇਆ। ਅਖੀਰ 'ਚ ਵੀ ਪੜ੍ਹਾਂਗੇ ਅਸੀਂ ਠਾਕੁਰ ਕਰ ਤਲ ਧਰਿਆ, ਪਰ 3 ਵਾਰੀ ਅਰਥ ਅਲੱਗ ਨੇ। ਇੱਥੇ ਧਰਿਆ ਦਾ ਅਰਥ ਧਿਰ ਦੇ ਨੇੜੇ ਹੈ, ਕੋਈ ਵੀ ਕਿਸੇ ਦੀ ਧਿਰ ਨਹੀਂ ਹੈ, ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ। ਗੱਲ ਬੜੀ ਗਹਿਰੀ ਹੈ ਔਰ ਮੰਨਣੀ ਵੀ ਬੜੀ ਔਖੀ ਲੱਗਦੀ ਹੈ ਵੀ ਮਾਂ ਕਿਉਂ ਨਹੀਂ ਸਾਡਾ ਸਹਾਰਾ, ਪਿਓ ਕਿਉਂ ਨਹੀਂ ਸਾਡਾ ਸਹਾਰਾ। ਅਸੀਂ ਉਲਝੇ ਹੋਏ ਹਾਂ। ਇਸ ਕਰਕੇ ਜਦੋਂ ਥੋੜ੍ਹੇ ਪਾਸੇ ਹੁੰਦੇ ਨੇ, ਸਾਡੇ ਅੰਦਰ ਤਲਖੀ ਮੱਚ ਜਾਂਦੀ ਵੀ ਸਾਡਾ ਸਹਾਰਾ ਚਲੇ ਗਿਆ। ਅੱਜ ਇਸ ਗੱਲ ਨੂੰ ਅਸੀਂ ਪੱਕਾ ਕਰ ਲਈਏ, ਮਾਂ ਆਪਣੇ ਬੱਚੇ ਨੂੰ ਪਾਲਦੀ ਹੈ। ਜੇ ਮਾਂ ਪਾਲ ਸਕਦੀ ਹੁੰਦੀ, ਬਹੁਤ ਐਸੇ ਬੱਚੇ ਨੇ ਸੰਸਾਰ ਦੇ ਵਿੱਚ ਜਿਨ੍ਹਾਂ ਦੀਆਂ ਮਾਵਾਂ ਨਹੀਂ, ਇਹ ਮਾਂ ਉਹਨਾਂ ਨੂੰ ਕਿਉਂ ਨਹੀਂ ਪਾਲ ਲੈਂਦੀ? ਆਪਣੇ ਬੱਚੇ ਨੂੰ ਹੀ ਕਿਉਂ ਪਾਲਦੀ ਹੈ? ਕਿਉਂਕਿ ਇਹਨੂੰ ਦਾਤ ਦਿੱਤੀ ਮਮਤਾ ਦੀ, ਜਿਹੜੀ ਕਿਤੋਂ ਖਰੀਦ ਕੇ ਨਹੀਂ ਲੈ ਕੇ ਆਈ, ਰੱਬ ਨੇ ਪਾਈ ਹੈ। ਰੱਬ ਨੇ ਇਹਦੇ ਵਿੱਚ ਮਮਤਾ ਐਸੀ ਪਾ ਦਿੱਤੀ, ਜਿਸ ਕਾਰਨ ਕਰਕੇ ਮਜਬੂਰ ਹੋ ਰਹੀ ਹੈ ਆਪਣੇ ਬੱਚੇ ਨੂੰ ਪਾਲਣ ਵਾਸਤੇ। ਜੇ ਕਿਤੇ ਮਾਂ ਵਿੱਚੋਂ ਮਮਤਾ ਦੀ ਦਾਤ ਕੱਢ ਲਵੇ ਨਾ ਰੱਬ, ਮਾਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆਏਗੀ। ਕਈ ਉਦਾਹਰਨਾਂ ਸਾਹਮਣੇ ਆ ਵੀ ਜਾਂਦੀਆਂ ਨੇ। ਕਈ ਐਸੀਆਂ ਵਿਰਲੀਆਂ ਬੀਬੀਆਂ ਇਨਕਾਰੀ ਹੋ ਜਾਂਦੀਆਂ ਨੇ, ਅਸੀਂ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆਵਾਂਗੀਆਂ, ਸਾਡੀ ਖੂਬਸੂਰਤੀ ਖਰਾਬ ਹੋਏਗੀ। ਇਹ ਰੱਬ ਵੱਲੋਂ ਦਿੱਤੇ ਹੋਏ ਝਲਕਾਰੇ ਨੇ, ਤਾਂ ਕਿ ਬੰਦਿਆ ਸਮਝ, ਮਮਤਾ ਜੋ ਰੱਬ ਨੇ ਪਾਈ ਇੱਕ ਮਾਂ ਦੇ ਵਿੱਚ, ਉਸ ਕਰਕੇ ਤੇਰਾ ਪਾਲਣ ਪੋਸ਼ਣ ਹੋ ਰਿਹਾ ਹੈ। ਇਸੇ ਕਰਕੇ ਪਹਿਲਾਂ ਵੀ ਪਾਵਨ ਬਚਨ ਪੜ੍ਹੇ ਗਏ ਸਨ, ਬਾਰ ਵਿਵਸਥਾ ਤੁਝੈ ਪਿਆਰੈ ਦੂਧ। ਉਦੋਂ ਰੱਬ ਵੱਲ ਇਸ਼ਾਰਾ ਸੀ, ਮਾਂ ਵੱਲ ਇਸ਼ਾਰਾ ਨਹੀਂ ਸੀ। ਹੁਣ ਸਤਸੰਗਤ ਵਿੱਚ ਜਾ ਕੇ ਇਹ ਪਤਾ ਲੱਗਦਾ ਹੈ, ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਧਰਿਆ, ਕੋਈ ਵੀ ਕਿਸੇ ਦਾ ਸਹਾਰਾ ਆਸਰਾ ਨਹੀਂ। ਪਰ ਮਨਾ, ਤੈਨੂੰ ਡਰਨ ਦੀ ਲੋੜ ਨਹੀਂ, ਕਿਉਂਕਿ ਜੋ ਅਸਲ ਸਹਾਰਾ ਹੈ, ਹੋ ਸਕਦਾ ਮਾਂ ਚਲੇ ਜਾਏ ਤੇ ਤੂੰ ਪਹਿਲਾਂ ਹੀ ਚਲੇ ਜਾਏ। ਬੱਚੇ ਦਾ ਜਨਮ ਹੋਇਆ, ਮਾਂ ਵੀ ਚਲੇਗੀ। ਪਿਓ ਦਾ ਸ਼ਾਇਦ ਪਹਿਲਾਂ ਹੀ ਚਲੇ ਜਾਏ, ਹਜੇ ਜਨਮ ਵੀ ਨਹੀਂ ਹੋਇਆ, ਪਿਓ ਪਹਿਲਾਂ ਚਲੇ ਗਿਆ। ਭਰਾ ਕਿਤੇ ਤੇਰੇ ਤੋਂ ਪਿੱਠ ਕਰ ਲੈਣ, ਕਿਉਂਕਿ ਗੁਰਬਾਣੀ ਵਿੱਚ ਐਸੇ ਬਚਨ ਆਉਂਦੇ ਨੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਖਲੇ, ਸਾਕ ਵੀ ਦੌੜ ਜਾਂਦੇ ਨੇ। ਪਰ ਚੇਤੇ ਰੱਖੀ, ਜਿਹੜਾ ਅਸਲ ਸਹਾਰਾ ਹੈ ਨਾ, ਉਹਦੇ ਵੱਲ ਧਿਆਨ ਰੱਖੀ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਫਿਰ ਮਨ ਦੇ ਨਾਲ ਗੱਲ ਕਰਨੀ ਪਏਗੀ। ਇਸ ਪੰਕਤੀ ਨੂੰ ਪੜ੍ਹਨ ਲੱਗਿਆ ਮਨ ਅਸੀਂ ਆਪ ਹਾਜ਼ਰ ਹੋਣੇ ਚਾਹੀਦੇ ਹਾਂ, ਤਾਂ ਸਮਝ ਆਏਗੀ। ਹਜ਼ੂਰ ਕਹਿੰਦੇ ਨੇ, ਐ ਮਨਾ ਤੂੰ ਕਿਉਂ ਡਰਦਾ ਹੈ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਪਹੁੰਚਾ ਰਿਹਾ ਹੈ, ਆਪ ਹੀ ਰਿਜ਼ਕ ਜਿਹੜਾ ਹੈ ਦੇ ਰਿਹਾ ਹੈ ਜੀ। ਬੰਦੇ ਦੀ ਅੱਖ ਜਿੰਨਾ ਸੌਖਾ ਸੰਸਾਰ ਨੂੰ ਵੇਖ ਸਕਦੀ ਹੈ, ਉਨਾ ਹੀ ਔਖਾ ਨਿਰੰਕਾਰ ਨੂੰ ਵੇਖਦੀ ਹੈ। ਇਹ ਕੁਦਰਤੀ ਗੱਲ ਹੈ। ਜਿਹੜੀ ਚੀਜ਼ ਦਿਸੇ ਉਹਦੇ 'ਤੇ ਬਹੁਤਾ ਭਰੋਸਾ ਬਣ ਜਾਂਦਾ ਹੈ, ਜਿਹੜੀ ਚੀਜ਼ ਨਾ ਦਿਸੇ ਉਹਦੇ 'ਤੇ ਭਰੋਸਾ ਬਣਾਉਣਾ ਔਖਾ ਹੋ ਜਾਂਦਾ ਹੈ। ਹੁਣ ਬੰਦੇ ਨੂੰ ਸੰਸਾਰ ਵਿੱਚ ਦਿਸਦਾ ਹੈ, ਜੀਵਨ ਦੇ ਪਹਿਲੇ ਪੜਾਅ ਵਿੱਚ ਮੇਰੀ ਮਦਦ ਕੀਤੀ ਮੇਰੀ ਮਾਂ ਨੇ। ਉਹਨੇ ਜਨਮ ਦਿੱਤਾ, ਉਹਨੇ ਪਾਲਿਆ। ਪਹਿਲੇ ਪੜਾਅ ਵਿੱਚ ਜਿਹੜਾ ਖਵਾਉਣ ਪਿਆਉਣ ਦੀ ਜ਼ਿੰਮੇਵਾਰੀ ਹੈ, ਉਹ ਮਾਂ ਦੀ ਹੈ। ਕੁਝ ਵੱਡਾ ਹੋਇਆ ਤੇ ਮਾਂ ਹੁਣ ਕਈ ਵਾਰੀ ਪਿਤਾ ਨੂੰ ਵੀ ਕਹਿ ਦਿੰਦੀ, ਬੱਚੇ ਨੂੰ ਖੁਰਾਕ ਦੇ ਦਿਓ, ਜਾਂ ਮੈਂ ਸ਼ੀਸ਼ੀ ਵਿੱਚ ਦੁੱਧ ਪਾ ਦਿੱਤਾ, ਤੁਸੀਂ ਵੀ ਪਿਲਾ ਦਿਓ। ਫਿਰ ਪਿਤਾ ਸਾਹਮਣੇ ਆਉਂਦਾ। ਜਦੋਂ ਪਿਤਾ ਤੋਂ ਵੀ ਅੱਗੇ ਗੱਲ ਚੱਲਦੀ ਹੈ, ਫਿਰ ਉਹਨੇ ਆਪਣੇ ਮਿੱਤਰ ਦੋਸਤ ਰਲ ਕੇ ਬੈਠ ਕੇ ਖਾਣੇ, ਸੰਸਾਰ ਉਹਦੀ ਦੁਨੀਆ 'ਚ ਸ਼ਾਮਲ ਹੁੰਦਾ ਹੈ। ਫਿਰ ਜਦੋਂ ਮਿੱਤਰਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ, ਫਿਰ ਉਹਦੀ ਇੱਕ ਸਾਹਮਣੇ ਨਜ਼ਰ ਆਉਂਦੇ 2 ਰਿਸ਼ਤੇ ਹੋਰ, ਜਿਹੜਾ ਧੀਆਂ ਪੁੱਤਰਾਂ ਦਾ ਕਹਿ ਲਈਏ ਤੇ ਇੱਕ ਪਤਨੀ ਦਾ ਕਹਿ ਲਈਏ। ਹੁਣ ਪ੍ਰਤੀਤ ਹੁੰਦਾ ਹੈ ਮੇਰੇ ਬੱਚੇ ਬੜੇ ਲਾਇਕ ਨੇ, ਉਹ ਮੈਨੂੰ ਰੋਜੀ ਰੋਟੀ ਦਿੰਦੇ ਨੇ, ਮੇਰੀ ਘਰਵਾਲੀ ਬੜੀ ਲਾਇਕ ਹੈ ਤੇ ਉਹ ਮੈਨੂੰ ਬੜੀ ਪਰਵਾਹ ਕਰਦੀ ਹੈ ਮੇਰੀ, ਤੇ ਉਹ ਸਾਰਾ ਕੁਝ ਦਿੰਦੀ ਹੈ। ਮੇਰੇ ਜੀਵਨ ਦੇ ਅੰਦਰ ਰੋਜੀ ਰੋਟੀ ਸਾਰੀ ਦਾਤ ਮੈਨੂੰ, ਕਿਸੇ ਗੱਲੋਂ ਮੇਰੇ ਇੱਕ ਵੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੰਦੀ।
हैरानी की गल है, साहिब ने सारे रिश्ते तोड़ दिते। रिश्ते तोड़न का मतलब इन्हां दे उत्तों एक गल समझा दी, कहन लगे मना तैनू सिर्फ दिसदा है, तैनू तां लगदा भी मेरी माँ मेरी प्रतिपालना करती है, तैनू सिर्फ लगदा है भी लोग मेरी प्रतिपालना करते हैं, असल में कोई भी नहीं है। एक छोटी जी कथा छोटे वक्त नाल। एक बड़ा अमीर पुरुष है, वो अपने वालों हर रोज एक खिड़की विच बैठ के दाता लोगों को देई जांदा है, ते लोग आउंदे ने लैन बना के, वो दाता ले लैके अगे लंघी जाते हैं। अचानक एक फकीर आया, ते वो दात देण वाला वो ऊंचा अपनी नज़र करके नहीं वेखदा, चुकदा है ते हथ टो के उहदे हत्थां ते रखी जांदा है। ते जदों फकीर आया उन्हें हथ ना कीते, हुण वो दात देण वाला देखदा है बार बार टो टो के भी दे हथ कित्थे ने। जदों हथ नज़र ना आए तो उन्हें उच्ची नज़र करके वेखिया तो फकीर ने हथ ही नहीं सन कीते होए। वो पुछण लग्या, लैन च भी लगे हो, हथ भी नहीं कीते, हथ भी ठीक ने, फिर लैन च क्यों लगे हो? हुण फकीर कहन लग्या भी असल मंगण ते मैं भी आया है, पर मैं कोई दाता मंगण नहीं आया, मैं तो एक सवाल है उसका जवाब मंगण वास्ते आया। मैं कई दिन हो गए तेनू देखते नू। कहन लगे की मंगना चाहते हो, की जवाब लेना चाहते हो? कहन लगे मैं एक गल देखी है, दुनिया के अंदर जदों कोई दात देंदा है ना, हालांकि वह गुरु घर नूं भी भावें दवे, पर गुरु घर विच भी वह आस रखदा भी मर्जी मेरी चले। गुरु घर विच भी वह आस रखदा भी मर्जी मेरी चले। गुरु घर भावें गुरु घर विच भी वह दात दवे, तद भी वह आस रखदा है भी इत्थे जिहड़ी गल गुरमत दी है ना, सतगुरु तू की कर सकदा सी, तेरा गुरु घर मैं बनाया। ए कंधां जिहड़ियां खलोतियां ने, जो कुछ तू तकना दुनिया में किधरे झात मार के वेख लीए, बंदा चाहत रखदा है ये जो कुछ बनाया गुरु तू की कर सकदा सी। अज तू सुखां दे महल विच बैठा है तां मेरे करके बैठा है। इत्थे हुण तेरी गुरमत नहीं जे चलनी, इत्थे मेरी मत चलनी है। मैं कई बारी हैरान होना है, बड़ा संकोच करीदा है, पर फिर भी गल लम्मी हो जाती है। मैं निक्की जी गल कहन लगा, मैनू कई बारी याद आता भी सतगुरु गुरु अमरदास जी साड़ी सोच जे सोचे तो असीं कहांगे भी जदों अकबर तुहानूं दात देण आया सी ना, ते उदों तुसीं अकबर बादशाह वर्गे दी भी माया प्रवान नहीं सी कीती, जगीर नहीं सी प्रवान कीती। साड़ी सोच कहती है भी उदों तुसीं गलती कीती, पर जदों मुड़ के असीं तेरा घर वेखदे हां ना तो साड़ी अपनी अकल नूं ठोकर वजदी आ। नहीं मूर्ख मना, गुरु अमरदास जी ने बड़ी कृपा की। हो सकदा है कल अकबर बादशाह वर्गा इतनी बड़ी जगीर दे के यह कह दिंदा भी कल तो बाद इस घर दे विच हुण कोई गरीब नहीं आ सकदा। इत्थे गल मेरी चले क्योंकि मेरी जगीर दे नाल लंगर चलदे ने, मेरी जगीर दे नाल महल बनिया होया है, ते इत्थे कल कोई आ नहीं सकदा। धन गुरु अमरदास जी तू उन्हां दियां गल्लां नूं ठोकरां मार के गरीबां दे आने आने नाल तू अपना घर बनाया सी, गरीबां दे पैसे पैसे नाल घर बनाया सी। ताई अज तेरे घर विच जेड़े गरीब कोल दुनिया विच भी घर नहीं ना हुंदा, पर वो तेरे घर विच आउण लग्या कदे डर के नहीं जे आउंदा इत्थे कोई मैनूं अमीर मोड़ ना देवे, क्योंकि उहनूं पता भी अंदर मेरा गरीब नवाज बैठा है, उन्हें बख्शिश कर देनी है। गुरु की मत नूं लैके चलीए। मैं उस गल वाल वापस परतां जिहड़ी बेनती करन लगा सां, उन्हें फकीर ने बोल आखे, कहन लगे मैं कुछ देण वालियां नूं वेखिया बड़े हंकारी हुंदे ने, बड़े हंकारी हुंदे ने, पर मैं तुहानूं वेखिया है तुहाडीआं तां अखां ही बड़ियां नीवियां रहिंदियां ने, कारण की है? वो हुण जवाब दिंदा अमीर बंदा। कहन लगे असल विच बड़ी वड्डी कहानी है। कहन लगे गल ये है भी मैं तो सिर्फ इत्थों चुक के इउं करना है, इत्थों चुक के सिर्फ इउं करना है। इन्नी गल पिछे भी लोग मेरे ते भरम कर लेंदे ने, शायद आ बादशाह बड़ा दानी है, आ अमीर पुरुष बड़ा दानी है। मैनू शर्म आउंदी जो लोग मैनू दानी कहंदे ने,
ਦਾਨ ਤੇ ਮੇਰਾ ਰੱਬ ਦਿੰਦਾ ਹੈ, ਪਰਮੇਸ਼ਰ ਦਿੰਦਾ ਹੈ, ਮੈਂ ਤੇ ਉਹਦੀਆਂ ਦਾਤਾਂ ਨੂੰ ਵੰਡ ਹੀ ਰਿਹਾ। ਇੱਕ ਸੁਖਮਨੀ ਸਾਹਿਬ ਦੇ ਬੋਲ ਕਹਿ ਦਿਆਂ, ਫਿਰ ਮੈਂ ਗੱਲ ਤੁਹਾਨੂੰ ਸਮਾਪਤ ਕਰਾਂ। ਬੜੇ ਪਿਆਰੇ ਬੋਲ ਨੇ ਸੁਖਮਨੀ ਸਾਹਿਬ ਜੀ ਦੇ, ਅੰਮ੍ਰਿਤ ਬਚਨ ਨੇ। ਸਾਹਿਬ ਆਖਦੇ ਨੇ, ਜੈ ਪ੍ਰਸਾਦ ਕਰੇ ਪੁੰਨ ਬੋ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ। ਤੇ ਤੂੰ ਆਪਣੇ ਅੰਦਰ ਹੰਕਾਰ ਰੱਖੀ ਬੈਠਾ ਮਨਾ, ਕਿਵੇਂ ਪ੍ਰਵਾਨ ਹੋਏਗਾ? ਉਹਨੇ ਬਚਨ ਆਖੇ ਸਨ ਬੜੇ ਪਿਆਰੇ, ਕਿਸੇ ਵਿਦਵਾਨ ਪੁਰਸ਼ ਨੇ ਲਿਖੇ ਨੇ। ਕਹਿਣ ਲੱਗੇ, ਜਦੋਂ ਕਦੇ ਕਹਾਂ ਤੋਂ ਸੀਖੇ ਸ਼ੇਖ ਜੀ, ਕਹਾਂ ਤੋਂ ਸੀਖੇ ਸ਼ੇਖ ਜੀ, ਐਸੀ ਦੇਣੀ ਦੇਣ, ਜਿਉਂ ਜਿਉਂ ਕਰ ਉੱਚਾ ਉੱਠੇ ਤਿਉਂ ਤਿਉਂ ਨੀਚੇ ਨੈਣ। ਇਹੋ ਜੀ ਸਿੱਖਿਆ ਤੂੰ ਕਿੱਥੋਂ ਲਈ ਹੈ ਸ਼ੇਖ? ਜਿਉਂ ਜਿਉਂ ਤੇਰਾ ਹੱਥ ਉੱਚਾ ਉੱਠਦਾ ਹੈ, ਤਿਉਂ ਤਿਉਂ ਤੇਰੇ ਨੈਣ ਬੜੇ ਨੀਵੇਂ ਹੁੰਦੇ ਚਲੇ ਜਾਂਦੇ ਨੇ। ਉਹਨੇ ਇੱਕ ਜਵਾਬ ਦਿੱਤਾ, ਕਹਿਣ ਲੱਗੇ, ਦੁਨੀਆ ਦੇ ਅੰਦਰ ਦੇਣਹਾਰ ਕੋਈ ਔਰ ਹੈ, ਭੇਜਤ ਹੈ ਦਿਨ ਰਹਿਣ, ਲੋਕ ਭਰਮ ਮੁਝ ਪਰ ਕਰੇ ਤਾਂ ਤੇ ਨੀਚੇ ਨੈਣ। ਕਹਿਣ ਲੱਗੇ, ਦੇਣਹਾਰ ਤੇ ਹੋ ਰਿਹਾ ਕੋਈ, ਮੇਰੇ ਕੋਲੋਂ ਤਾਂ ਬਹਾਨਾ ਬਣਾ ਕੇ ਦਵਾਈ ਜਾਂਦਾ ਹੈ, ਤੇ ਲੋਕ ਕਮਲੇ ਨੇ ਜਿਹੜੇ ਮੇਰੇ ਤੇ ਭਰਮ ਕਰੀ ਜਾਂਦੇ ਨੇ, ਅਸਲ ਵਿੱਚ ਦਾਤਾ ਕੋਈ ਹੋਰ ਹੈ। ਸਾਨੂੰ ਇਸ ਗੱਲ ਦਾ ਭਰੋਸਾ ਨਹੀਂ ਹੈ। ਗੁਰਦੇਵ ਸਾਨੂੰ ਹਕੀਕਤ ਵਾਲਾ ਜੀਵਨ ਬਖਸ਼ਿਸ਼ ਕਰਦੇ ਨੇ। ਉਹ ਮਨਾ, ਜਿਵੇਂ ਇੱਕ ਰਾਸ਼ਨ ਕਾਰਡ ਦੇ ਉੱਤੇ ਹਰ ਇੱਕ ਦੇ ਪਰ ਹੈਡ ਉਹਨੂੰ ਰਾਸ਼ਨ ਮਿਲਦਾ ਹੈ, ਇਸੇ ਤਰ੍ਹਾਂ ਇਹ ਰਾਸ਼ਨ ਕਾਰਡ ਤਾਂ ਤੈਨੂੰ ਦਿਸਦੇ ਹੋਣਗੇ, ਰੱਬ ਨੇ ਇੱਕ ਅੰਦਰੂਨੀ ਰਾਸ਼ਨ ਕਾਰਡ ਬਣਾਇਆ ਹੈ। ਜਦੋਂ ਤੇਰਾ ਰਿਜ਼ਕ ਪਾਣੀ ਹੈ ਨਾ, ਮਾਂ ਕਿੰਨੀ ਅਮੀਰ ਹੋਵੇ, ਪਿਓ ਕਿੰਨਾ ਅਮੀਰ ਹੋਵੇ, ਸਾਕ ਸੰਬੰਧੀ ਕਿੰਨੇ ਅਮੀਰ ਹੋਣ, ਪਰ ਉਹ ਤੇਰਾ ਰਿਜ਼ਕ ਪਾਣੀ ਖਰੀਦ ਕੇ ਨਹੀਂ ਦੇ ਸਕਦੇ। ਜਿਸ ਦਿਨ ਤੇਰਾ ਅੰਨ ਜਲ ਮੁੱਕ ਗਿਆ ਨਾ, ਸਜਣਾ ਚੇਤਾ ਰੱਖੀ, ਇਸ ਮਿੱਟੀ ਦੀ ਢੇਰੀ ਨੇ ਢੇਰੀ ਹੋ ਜਾਣਾ। ਨਹੀਂ ਤੇ ਲੋਕਾਂ ਕੋਲ ਬੜਾ ਪੈਸਾ ਹੈ, ਮਾਂ ਕੋਲ ਬੜਾ ਪੈਸਾ ਹੁੰਦਾ, ਪਿਤਾ ਕੋਲ ਬੜਾ ਪੈਸਾ ਹੁੰਦਾ, ਉਹ ਤੇਰਾ ਰਿਜ਼ਕ ਪਾਣੀ ਖਰੀਦ ਨਹੀਂ ਸਕਦੇ। ਕਹਾਣੀ ਖਤਮ ਹੋ ਗਈ ਹੈ, ਤੇ ਖਤਮ ਹੋ ਗਈ ਹੈ। ਇਹ ਉਹੀਓ ਰੱਖਦਾ, ਇਹ ਉਹੀਓ ਦਿੰਦਾ। ਭਰੋਸਾ ਕਰ, ਤੇਰੀ ਰੋਜੀ ਰੋਟੀ ਦਾ ਪ੍ਰਬੰਧ ਨਿਰੰਕਾਰ ਆਪ ਕਰਦਾ ਹੈ ਜੀ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਛਰਿਆ, ਤਿਨ ਕਮਨ ਖਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਤਿਗੁਰ ਜੀ ਨੇ ਹੁਣ ਦੂਸਰੀ ਉਦਾਹਰਨ ਦਿੱਤੀ, ਕਿਉਂਕਿ ਸਾਡੇ ਵਰਗੇ ਬੰਦੇ ਬੜੇ ਤਰਕ ਕਰਦੇ ਨੇ। ਪਹਿਲੀ ਉਦਾਹਰਨ ਸੀ ਕਿ ਸਿੱਲ ਪੱਥਰ ਚਟਾਨ ਦੇ ਵਿੱਚ ਜੀਵ ਨੇ, ਤੇ ਮੇਰੇ ਵਰਗਾ ਕਵੇ ਤੁਹਾਨੂੰ ਦਿਖਦੇ ਹੋਣਗੇ, ਸਾਨੂੰ ਤਾਂ ਨਹੀਂ ਦਿਖਦੇ, ਨਹੀਂ ਦਿਖਦੇ, ਛੋਟੇ ਨੇ ਬੜੇ। ਹਜ਼ੂਰ ਨੇ ਹੁਣ ਦੂਜੀ ਉਦਾਹਰਨ ਦਿੱਤੀ ਜੋ ਦਿਖਦੀ ਹੈ, ਜਿਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਦੇਖ ਸਕਦੇ ਹਾਂ। ਉਹ ਉਦਾਹਰਨ ਹੈ ਇੱਕ ਪੰਛੀ ਦੀ ਕੂੰਜ। ਊਡੇ ਊਡ ਆਵੈ, ਇਹਨੂੰ ਆਵੈ ਨਹੀਂ ਬੋਲਣਾ, ਕਿਉਂਕਿ ਇੱਕ ਵਚਨ ਹੈ। ਮਨ ਦੇ ਨਾਲ ਗੱਲ ਕਰਨੀ ਹੈ। ਅਸੀਂ ਜਦੋਂ ਸਤਸੰਗਤ ਵਿੱਚ ਜਾਂਦੇ ਹਾਂ, ਉਦੋਂ ਮਨ ਦੇ ਨਾਲ ਇਹ ਗੱਲ ਹੁੰਦੀ ਕਿ ਐ ਮਨਾ ਵੇਖ, ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ। ਕਿਉਂ ਆਉਂਦੀ ਹੈ? ਪਹਿਲਾਂ ਤਾਂ ਇਹ ਕਾਰਨ ਲੱਭਣਾ ਪਏਗਾ ਵੀ ਕੋਈ ਬੰਦਾ ਆਪਣੇ ਬੱਚਿਆਂ ਨੂੰ ਛੱਡਦਾ ਹੈ। ਇਹ ਆਪਣੇ ਬੱਚੇ ਛੱਡ ਕੇ ਆ ਗਈ ਸੈਂਕੜੇ ਕੋਹਾਂ ਤੇ, ਕੋਈ ਨਾ ਕੋਈ ਕਾਰਨ ਤੇ ਹੋਏਗਾ। ਕਿਸੇ ਨੇ ਆਪਣੇ ਬੱਚੇ ਨਹੀਂ ਛੱਡੇ, ਭਾਵੇਂ ਜਾਨਵਰ ਹੈ, ਭਾਵੇਂ ਪੰਛੀ ਹੈ। ਕੂੰਜ ਨੇ ਆਪਣੇ ਬੱਚੇ ਕਿਉਂ ਛੱਡੇ? ਕੋਈ ਕਾਰਨ ਤੇ ਹੋਏਗਾ। ਜਦੋਂ ਵੇਖਾਂਗੇ ਹਾਲਾਤ ਐਸੇ ਹੋ ਗਏ ਕਿ ਇਹ ਉੱਥੇ ਹੁਣ ਰਹਿ ਨਹੀਂ ਸਕਦੀ, ਜੇ ਰਹੇਗੀ ਤੇ ਮਰੇਗੀ। ਫਿਰ ਇੱਕ ਸਵਾਲ ਹੋਰ ਪੈਦਾ ਹੁੰਦਾ ਹੈ, ਜਿਨ੍ਹਾਂ ਹਾਲਾਤਾਂ ਵਿੱਚ ਵੱਡੇ ਮਾਂ ਪਿਓ ਨਾ ਰਹਿ ਸਕਣ, ਉਹਨਾਂ ਦੀ ਮੌਤ ਹੋ ਜਾਏ, ਐਸੇ ਹਾਲਾਤਾਂ ਵਿੱਚ ਛੋਟੇ ਛੋਟੇ ਬੱਚੇ ਕਿਵੇਂ ਜਿਉਂਦੇ ਰਹਿਣਗੇ? ਸਵਾਲ ਤੋਂ ਅੱਗੇ ਸਵਾਲ ਨਿਕਲੀ ਜਾਏਗਾ। ਇੰਨੀ ਗਰਮੀ ਹੋਵੇ ਕਿ ਵੱਡੇ ਬੰਦੇ ਨਾ ਉਹਨੂੰ ਸਹਿ ਸਕਣ, ਛੋਟਾ ਬੱਚਾ ਕਿਵੇਂ ਸਹੇਗਾ? ਇੰਨੀ ਸਰਦੀ ਹੋਵੇ, ਵੱਡੇ ਬੱਚੇ ਨਾ ਸਹਿ ਸਕਣ, ਛੋਟੇ ਕਿਵੇਂ ਸਹਿਣਗੇ? ਪਰ ਕੂੰਜ ਦੇ ਨਾਲ ਇੱਕ ਕਹਾਣੀ ਜੁੜੀ ਹੈ ਕਿ ਕੂੰਜ ਜਿਹੜੀ ਹੈ ਨਾ, ਇਹ ਆਪਣੇ ਬੱਚੇ ਛੱਡਦੀ ਹੈ। ਇਹ ਹਕੀਕਤ ਹੈ, ਕਹਾਣੀ ਨਾ ਕਹਾਂ, ਇਹ ਹਕੀਕਤ ਹੈ। ਉਹ ਹੁਣ ਵਾਤਾਵਰਨ ਉਹਦੇ ਵਾਸਤੇ ਰਿਹਾ ਨਹੀਂ। ਜੇ ਉਹਨੇ ਆਪਣੇ ਆਪ ਨੂੰ ਬਚਾਉਣਾ ਹੈ, ਉਹਨੂੰ ਉੱਥੇ ਉੱਡਣਾ ਪਵੇਗਾ ਤੇ ਕਿਸੇ ਐਸੇ ਥਾਂ ਤੇ ਜਾਣਾ ਪਏਗਾ ਜਿੱਥੇ ਉਹਨੂੰ ਚੋਗਾ ਮਿਲ ਜਾਏ, ਜਿੱਥੇ ਵਾਤਾਵਰਨ ਐਸਾ ਮਿਲੇ ਉਹ ਜੀ ਸਕੇ। ਕੂੰਜ ਉੱਡਦੀ ਹੈ, ਊਡੇ ਊਡ ਆਵੈ ਸਹਿ ਕੋਸਾਂ,
ਤਿਸ ਪਾਛੈ ਬਚਰੇ ਛਰਿਆ, ਤਿਸ ਨੇ ਆਪਣੇ ਪਿੱਛੇ ਆਪਣੇ ਬੱਚੇ ਛੱਡ ਦਿੱਤੇ, ਕਿਉਂਕਿ ਹਜੇ ਉੱਡਣ ਯੋਗ ਨਾ ਸੀ ਹੋਏ, ਛੱਡਣੇ ਪਏ। ਪਰ ਕਹਿੰਦੇ ਬੰਦਿਆ ਤੇਰਾ ਦਿਮਾਗ ਹੈ, ਤੂੰ ਇੱਕ ਸਵਾਲ ਹੀ ਪੈਦਾ ਕਰ ਆਪਣੇ ਅੰਦਰ, ਇਹ ਸੋਚ ਹੀ ਪੈਦਾ ਕਰ ਆਪਣੇ ਅੰਦਰ ਕਿ ਤਿੰਨ ਕਵਣ ਖਿਲਾਵੈ ਕਵਣ ਚੁਗਾਵੈ। ਉਹਨਾਂ ਨੂੰ ਕੋਈ ਕੁਝ ਖਵਾਲਣ ਵਾਲਾ ਨਹੀਂ, ਉਹਨਾਂ ਨੂੰ ਕੋਈ ਉੱਥੇ ਚੋਗਾ ਚੁਗਾਉਂਦਾ ਨਹੀਂ, ਕਿਉਂਕਿ ਮਾਂ ਪਿਓ ਤੇ ਆ ਗਏ। ਪਰ ਬੱਚੇ ਉਹ ਵੀ ਪਲਦੇ ਨੇ। ਹੈਰਾਨਗੀ ਦੀ ਗੱਲ ਹੈ, ਬੱਚੇ ਵੱਡੇ ਵੀ ਹੁੰਦੇ ਨੇ, ਬੱਚੇ ਉੱਡਣਾ ਵੀ ਸਿੱਖਦੇ ਨੇ, ਤੇ ਕਈ ਵਾਰ ਬੱਚੇ ਉਡਾਰੀ ਭਰ ਕੇ ਮੁੜ ਕੇ ਆਪਣੀ ਡਾਰ ਨਾਲ ਜਾ ਕੇ ਮਿਲ ਵੀ ਪੈਂਦੇ ਨੇ। ਔਰ ਇਹਦੇ ਨਾਲ ਇਹ ਇੱਕ ਦੰਤ ਕਥਾ ਹੈ, ਸੀਨਾ ਬਸੀਨਾ ਗੱਲ ਚੱਲਦੀ ਹੈ ਕਿ ਕੂੰਜ ਜਦੋਂ ਚੋਗਾ ਚੁਗਣ ਲੱਗਦੀ ਹੈ ਤੇ ਮਾਂ ਦੀ ਮਮਤਾ ਨਾ ਉਹਦੇ ਅੰਦਰ, ਚੋਗਾ ਚੁਗਣ ਲੱਗਾ ਸੋਚਦੀ ਉਹ ਮੈਂ ਤੇ ਖਾ ਰਹੀ ਮੇਰੇ ਬੱਚੇ, ਉਹਨਾਂ ਨੂੰ ਕੌਣ ਖਵਾਏਗਾ। ਕਹਿੰਦੇ ਚੁਗਦੀ ਰਹਿੰਦੀ ਹੈ, ਚੁਗਦੀ ਰਹਿੰਦੀ ਹੈ। ਤੇ ਦੰਤ ਕਥਾ ਇਹ ਕਹਿੰਦੀ ਹੈ ਜਿਵੇਂ ਇਹ ਉਹਨਾਂ ਦਾ ਨਾਂ ਲੈ ਲੈ ਕੇ ਚੁਗਦੀ ਹੈ, ਉਧਰ ਬੱਚਿਆਂ ਦਾ ਢਿੱਡ ਭਰ ਜਾਂਦਾ ਹੈ। ਜੇ ਇਹ ਗੱਲ ਸੱਚ ਹੈ ਤਾਂ ਵੀ ਰੱਬ ਅੱਗੇ ਸੀਸ ਝੁਕਣਾ ਚਾਹੀਦਾ, ਮੇਰੇ ਮਾਲਕਾ ਖਾਵੇ ਕੋਈ ਹੋਰ ਤੇ ਢਿੱਡ ਕਿਸੇ ਹੋਰ ਦਾ ਭਰ ਜਾਏ, ਤਾਂ ਵੀ ਰੱਬ ਅੱਗੇ ਨਮਸਕਾਰ ਕਰਨੀ ਪਏਗੀ। ਤੇ ਜੇ ਰੱਬ ਨੇ ਕੋਈ ਹੋਰ ਦੂਜੀ ਵਿਧ ਬਣਾਈ ਹੋਈ ਹੈ ਤਾਂ ਵੀ ਰੱਬ ਅੱਗੇ ਨਮਸਕਾਰ ਕਰਨੀ ਪਵੇਗੀ, ਜਿਸ 'ਚ ਵੱਡੇ ਵਡੇਰੇ ਨਹੀਂ ਰਹਿ ਸਕੇ। ਤੂੰ ਉਸ ਵਾਤਾਵਰਨ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਪਾਲ ਦਿੱਤਾ, ਮੇਰੇ ਮਾਲਕਾ ਤੂੰ ਕਿੱਡਾ ਮਹਾਨ ਹੈ। ਮੈਂ ਐਵੇਂ ਆਪਣੇ ਬੱਚਿਆਂ ਪਿੱਛੇ ਫਿਕਰ ਕਰੀ ਜਾ ਰਿਹਾ। ਇਹ ਸੰਗਤ ਵਿੱਚ ਪਤਾ ਲੱਗੇਗਾ। ਹਜ਼ੂਰ ਕਹਿੰਦੇ ਨੇ, ਹੇ ਮੇਰੇ ਮਨ ਵੇਖ, ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸਦੇ ਬੱਚੇ ਇਕੱਲੇ ਛੱਡੇ ਹੁੰਦੇ ਹਨ, ਉਹਨਾਂ ਨੂੰ ਕੋਈ ਖਵਾਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਉਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਹੈ, ਤੇ ਇਸੇ ਨੂੰ ਪ੍ਰਭੂ ਨੇ ਉਹਨਾਂ ਦਾ ਪਾਲਣ ਦਾ ਵਸੀਲਾ ਬਣਾ ਦਿੱਤਾ। ਇਹ ਕਿਹਾ ਜਾਂਦਾ ਹੈ ਇਹ ਕਿੱਡੀ ਵੱਡੀ ਕਰਾਮਾਤ ਹੈ ਕਿ ਐਸੀਆਂ ਗੱਲਾਂ ਸੁਣ ਕੇ ਵੇਖ ਕੇ ਵੀ ਤੂੰ ਰੱਬ ਤੇ ਭਰੋਸਾ ਨਹੀਂ ਕਰਦਾ, ਤੂੰ ਚਿੰਤਾ ਕਰਦਾ। ਚਿੰਤਾ ਨਾ ਕਰ ਬਈ। ਗੁਰੂ ਕੀ ਬਾਣੀ ਵਿੱਚ ਜਿਹੜਾ ਸਭ ਤੋਂ ਉੱਤਮ ਜਾਮਾ, ਸਭ ਤੋਂ ਕੀਮਤੀ ਜਾਮਾ ਹੈ, ਉਹ ਮਨੁੱਖ ਦਾ ਬਿਆਨ ਕੀਤਾ ਹੋਇਆ। ਪਰ ਹੈਰਾਨੀ ਦੀ ਗੱਲ ਹੈ, ਇਹਦੇ ਕੋਲ ਅਸ਼ਰਫੁਲ ਮਖਲੂਕਾਤ ਉੱਤਮ ਜਾਮਾ ਹੋਣ ਦੇ ਬਾਵਜੂਦ ਵੀ ਜਦੋਂ ਮਨੁੱਖ ਨੂੰ ਸਿੱਖਿਆ ਲੈਣ ਦੀ ਗੱਲ ਕੀਤੀ ਜਾਂਦੀ ਹੈ, ਉਹ ਤਾਂ ਸਾਹਿਬ ਕਦੇ ਨੂੰ ਕੁੱਤੇ ਕੋਲ ਭੇਜਦੇ ਨੇ, ਕਦੇ ਨੂੰ ਮੱਛੀ ਕੋਲ ਭੇਜਦੇ ਨੇ, ਕਦੇ ਨੂੰ ਪੰਛੀਆਂ ਕੋਲ ਭੇਜਦੇ ਨੇ। ਤੂੰ ਉਹਨਾਂ ਤੋਂ ਸਿੱਖਿਆ ਲੈ। ਜਾਮਾ ਉੱਤਮ ਇਹਦਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਨਾ ਵੀ ਪਸ਼ੂ ਪੰਛੀਆਂ ਨੂੰ ਸਾਡੇ ਕੋਲੋਂ ਸਿੱਖਿਆ ਲੈਣੀ ਪੈਂਦੀ, ਪਰ ਸਾਹਿਬ ਕਹਿੰਦੇ ਨੇ ਵੀ ਤੂੰ ਸਿੱਖਿਆ ਉਹਨਾਂ ਕੋਲੋਂ ਲੈ। ਅੰਮ੍ਰਿਤ ਵੇਲਾ ਵੇਖਣਾ ਹੈ, ਚਿੜੀ ਚਹੋਕੀ ਪੌ ਫੁੱਟੀ, ਬੋਲਣ ਦੀ ਜਾਚ ਸਿੱਖਣੀ ਬਬੀਹੇ ਕੋਲੋਂ ਸਿੱਖ। ਮੈਂ ਬਿਲਕੁਲ ਗੱਲ ਨੇੜੇ ਕਰਦੀ ਹਾਂ। ਇਸੇ ਤਰ੍ਹਾਂ ਜੇ ਤੂੰ ਭਰੋਸਾ ਸਿੱਖਣਾ ਹੈ ਤਾਂ ਇੱਕ ਕੂੰਜ ਦੀ ਜ਼ਿੰਦਗੀ ਵਿੱਚੋਂ ਸਿੱਖ। ਇਸੇ ਲਈ ਸ਼ੇਖ ਫਰੀਦ ਆਖਦੇ ਨੇ ਨਾ, ਫਰੀਦਾ ਹਉ ਬਲਿਹਾਰੀ ਤਿੰਨਾਂ ਪੰਖੀਆਂ। ਮੇਰਾ ਜੀ ਕਰਦਾ ਮੈਂ ਪੰਛੀਆਂ ਤੋਂ ਕੁਰਬਾਨ ਜਾਵਾਂ, ਕਿਉਂਕਿ ਉਹਦੇ ਕੋਲ ਤੇਰੇ ਨਾਲੋਂ ਵਧੇਕ ਧਰਮ ਦੀ ਬਾਤ ਮੈਨੂੰ ਨਜ਼ਰ ਆਉਂਦੀ ਹੈ। ਜੰਗਲ ਜਿਨਾ ਵਾਸ, ਕੰਕਰ ਚੁਗਨ ਥਲ ਬਸਨ, ਰੱਬ ਨਾ ਛੋੜਨ ਪਾਸ। ਪਰ ਉਹ ਕਦੇ ਰੱਬ ਦੀ ਯਾਦ ਨਹੀਂ ਭੁਲਾਉਂਦੇ। ਇੱਕ ਕੂੰਜ ਹੈ, ਮਾਂ ਦੀ ਜ਼ਿੰਦਗੀ ਵਿੱਚ ਉਹਨੂੰ ਸਭ ਤੋਂ ਪਿਆਰਾ ਕੌਣ ਹੈ? ਆਪਣੀ ਔਲਾਦ। ਜੇ ਉਹ ਆਪਣੀ ਔਲਾਦ ਨੂੰ ਵੀ ਜਦੋਂ ਪਿੱਛੇ ਛੱਡ ਕੇ ਆਉਂਦੀ ਹੈ, ਜਿਹੜੀ ਇਹਦੇ ਵਿੱਚੋਂ ਗੁਰਮਤਿ ਦੀ ਝਲਕ ਪੈਣੀ ਹੈ ਨਾ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਜਦੋਂ ਮਾਂ ਛੱਡ ਕੇ ਆਉਂਦੀ ਕੂੰਜ ਆਪਣੇ ਬੱਚੇ ਨੂੰ, ਉਦੋਂ ਕਿਸੇ ਦੇ ਸਪੁਰਦ ਕਰਕੇ ਨਹੀਂ ਆਉਂਦੀ, ਉਦੋਂ ਕਿਸੇ ਦੇ ਹਵਾਲੇ ਕਰਕੇ ਨਹੀਂ ਆਉਂਦੀ ਵੀ ਮੈਂ ਟੁਰ ਚੱਲੀ ਹੈ, ਤੇਰੀ ਪ੍ਰਤਪਾਲਣਾ ਤੂੰ ਕਰੀ। ਅਗਰ ਉਹ ਹਵਾਲੇ ਕਰਦੀ ਹੈ ਤੇ ਉਹ ਰੱਬ ਦੇ ਹਵਾਲੇ ਕਰਦੀ, ਰੱਬਾ ਮੈਂ ਤੇ ਇੱਕ ਮਾਂ ਹੋਣ ਦੇ ਨਾਤੇ ਵੀ ਟੁਰ ਚੱਲੀ ਹੈ, ਅਗਰ ਮੈਂ ਇਹਨੂੰ ਆਲਣੇ ਵਿੱਚ, ਇਹਦੇ ਕੋਲ ਨਾ ਉੱਡਣ ਦੀ ਜਾਤ, ਇਹਦੇ ਕੋਲ ਨਾ ਖਾਣ ਦੀ ਜਾਤ, ਇਹਦੇ ਕੋਲ ਨਾ ਤਾਕਤ ਹੈ, ਅਗਰ ਸਾਰਾ ਕੁਝ ਛੱਡ ਕੇ ਮੈਂ ਇੱਕ ਮਾਂ ਅੱਜ ਦਿਲ ਤੇ ਪੱਥਰ ਰੱਖ ਕੇ ਤੁਰ ਚੱਲੀ ਹੈ, ਤਾਂ ਕਾਹਦੇ ਭਰੋਸੇ ਤੁਰ ਚੱਲੀ ਹੈ? ਉਹ ਕਹਿੰਦੀ ਮੇਰੇ ਤੋਂ ਵੱਧ ਚੰਗਾ ਤੂੰ ਪਾਲ ਸਕਣਾ, ਕਿਉਂਕਿ ਮੈਨੂੰ ਇਸ ਗੱਲ ਦਾ ਭਰੋਸਾ ਹੈ, ਮੈਨੂੰ ਇਸ ਗੱਲ ਦਾ ਯਕੀਨ ਹੈ, ਐਡੀ ਵੱਡੀ ਕਾਇਨਾਤ ਨੂੰ ਚਲਾਉਣ ਵਾਲਿਆ
ਤੇ ਮੈਂ ਆਪਣੇ ਬੱਚੇ ਨੂੰ ਤੇਰੇ ਭਰੋਸੇ ਛੱਡ ਚੱਲੀ ਹਾਂ। ਉਹ ਮਨਾ ਕੂੰਜ ਤੇ ਕਿਸੇ ਧਾਰਮਿਕ ਸਥਾਨ ਤੇ ਵੀ ਨਹੀਂ ਗਈ। ਉਹ ਮਨਾ ਕੂੰਜ ਨੇ ਤਾਂ ਕਿਸੇ ਦਰਵੇਸ਼ ਤੇ ਬੋਲ ਵੀ ਨਹੀਂ ਸੁਣੇ। ਤੂੰ ਤੇ ਕਿੰਨੀਆਂ ਗੱਲਾਂ ਸੁਣ ਕੇ ਵੀ ਰੱਬ ਤੇ ਭਰੋਸਾ ਨਹੀਂ ਕਰਦਾ, ਰੱਬ ਤੇ ਯਕੀਨ ਨਹੀਂ ਕਰਦਾ। ਜਿਸ ਦਿਨ ਸਾਡਾ ਯਕੀਨ ਪੱਕਾ ਹੋ ਗਿਆ ਕੂੰਜ ਵਾਂਗੂ, ਫਿਰ ਸਾਨੂੰ ਭਰੋਸਾ ਬਣ ਜਾਏਗਾ ਮੈਂ ਆਪਣੇ ਬੱਚਿਆਂ ਦੀ ਰੋਜੀ ਰੋਟੀ ਦਾ ਆਪ ਵਸੀਲਾ ਨਹੀਂ, ਬਲਕਿ ਵਾਹਿਗੁਰੂ तेरा सब सदका। जितनी भी कायनात तू पैदा की है, रिज़्क दिया सब हूं को तदका। तू आप ही सारिਆਂ ਨੂੰ ਰਿਜ਼ਕ ਦਿੱਤਾ ਹੋਇਆ ਹੈ। ਇਹ ਕੋਈ ਮੇਰੇ ਬਸ ਦੀ ਬਾਤ ਨਹੀਂ। ਇਹ ਸ਼ਬਦ ਪੜ੍ਹਦੇ ਆ ਰੱਬ ਤੇ ਯਕੀਨ ਬਣਾਈਏ ਜੀ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਹੁਕਮ ਹੋਇਆ ਸੀ ਕਿ 9 ਵਜੇ ਤੱਕ ਸਮਾਪਤੀ ਹੋ ਜਾਏ ਤੇ ਸਮਾਂ ਕੇਵਲ 2-3 ਮਿੰਟ ਰਹਿ ਗਿਆ ਹੈ। ਗੁਰੂ ਕਿਰਪਾ ਕਰੇ ਜਿਹੜੀ ਗੱਲ ਜ਼ਰੂਰੀ ਹੈ ਉਹ ਵੀ ਕਰਨੀ ਚਾਹੀਦੀ ਹੈ ਸਾਨੂੰ। ਇਹਦੇ ਅਖੀਰ ਵਿੱਚ ਅੰਕ ਆਏ ਨੇ। ਅੰਕ ਆਇਆ 4 ਤੇ 4 ਤੋਂ ਬਾਅਦ ਅਗਲਾ ਅੰਕ ਆਇਆ 5। ਸੰਖੇਪ ਕਰਾਂ ਕਿਉਂਕਿ ਪਹਿਲਾਂ ਵਿਚਾਰ ਹੋ ਚੁੱਕੀ ਹੈ। ਜਿਹੜਾ ਪਹਿਲਾ 4 ਅੰਕ ਆਇਆ ਹੈ ਉਹ ਤੇ ਦੱਸ ਰਿਹਾ ਕਿ ਇਸ ਸ਼ਬਦ ਦੇ ਵਿੱਚ 4 ਪਦੇ ਜਿਹੜੇ ਹੈਗੇ ਨੇ, 4 ਅੰਤਰੇ ਕਹਿ ਲਓ। ਇੱਕ ਰਹਾਉ ਦੀ ਪੰਕਤੀ ਹੈ। ਰਹਾਉ ਦੀ ਪੰਕਤੀ ਨਾਲ ਹਮੇਸ਼ਾ ਇੱਕ ਆਉਂਦਾ, ਉਹ ਗਿਣਤੀ ਵਿੱਚ ਬਾਕੀਆਂ ਦੇ ਨਾਲ ਸ਼ਾਮਲ ਨਹੀਂ, ਉਹ ਇੱਕ ਹੈ। ਬਾਕੀ ਸੀਰੀਅਲ ਵਾਈਜ਼ 1 2 3 4। ਜਿਹੜਾ ਪਹਿਲਾ 4 ਆਇਆ ਹੈ ਉਹ ਦੱਸਦਾ ਕਿ ਇਹ ਸ਼ਬਦ ਦੇ 4 ਬੰਦ ਨੇ। ਤੇ ਜਿਹੜਾ ਅਗਲਾ 5 ਆਇਆ ਹੈ ਉਹ ਦੱਸਦਾ ਕਿ ਸੋਦਰ ਦੇ ਸਿਰਲੇਖ ਹੇਠ 5ਵਾਂ ਸ਼ਬਦ ਹੈ। ਪਹਿਲਾ ਸੋਦਰ ਵਾਲਾ, ਦੂਜਾ ਸੁਣ ਵੱਡਾ ਆਖਿਆ ਸਭ ਕੋਏ, ਤੀਜਾ ਆਖਾਂ ਜੀਵਾਂ ਵਾਲਾ, ਚੌਥਾ ਹਰ ਕੇ ਜਨ ਤੇ 5ਵਾਂ ਕਾਹੇ ਰੇ, ਆਹ ਵਾਲਾ ਸ਼ਬਦ। ਸੋ ਇਹ ਅੰਕਾਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਇਹ ਤੋਂ ਬਾਅਦ ਹੁਣ ਨਵਾਂ ਸਿਰਲੇਖ ਸ਼ੁਰੂ ਹੋਣਾ ਹੈ। ਇਹ ਜਿਹੜੀ ਗਿਣਤੀ ਟੋਟਲ ਚੱਲੀ ਆ ਰਹੀ 5 ਦੀ, ਹੁਣ ਅੱਗੇ 6 ਨਹੀਂ ਹੋਏਗਾ ਕਿਉਂਕਿ ਸਿਰਲੇਖ ਸਮਾਪਤ ਹੋ ਗਿਆ ਇੱਥੇ। ਜਿਹੜੇ ਇਹਦੇ ਅਰਥ ਅਸੀਂ ਕਰਨੇ ਹਨ ਉਹਨੂੰ ਸਮਝ ਲਈਏ ਅੱਜ, ਕਿਉਂਕਿ ਜੇ ਸਮਝਾਂਗੇ ਨਹੀਂ ਨਾ ਫਿਰ ਭਟਕਾਂਗੇ ਅਸੀਂ। ਸਤਸੰਗਤ ਉਹਦੇ ਨਾਲ ਜੋੜਦੀ ਹੈ ਕਿਉਂਕਿ ਰਹਾਉ ਦੀ ਪੰਕਤੀ ਹੈ, ਸਤਸੰਗਤ ਦੀ ਮਹਾਨਤਾ ਹੈ। ਸਤਸੰਗਤ ਵੀ ਜਾ ਕੇ ਸਾਡਾ ਜਿਹੜਾ ਸੁੱਕਿਆ ਮਨ ਹਰਿਆ ਹੋਣਾ ਹੈ। ਸਤਸੰਗਤ ਵੀ ਜਾ ਕੇ ਇਹ ਪਤਾ ਲੱਗਦਾ ਹੈ ਕਿ ਰੱਬ ਕਿੰਨਾ ਦਿਆਲੂ ਹੈ ਤੇ ਕਿੰਨਾ ਤਾਕਤ ਵਾਲਾ ਤੇ ਕਿੰਨੀ ਸਮਰੱਥਾ ਵਾਲਾ ਹੈ। ਸਭ ਨਿਧਾਨ, ਸਾਰੇ ਖਜ਼ਾਨੇ। ਨਿਧਾਨ ਦਾ ਅਰਥ ਹੈ ਖਜ਼ਾਨਾ। ਜੇ ਧੱਦੇ ਦੀ ਥਾਂ ਤੇ ਵਿਚਕਾਰ ਹੁੰਦਾ ਦੱਦਾ ਨਿਦਾਨ ਤੇ ਉਹਦੇ ਅਰਥ ਬਦਲ ਜਾਣੇ ਸੀ, ਜਿਹਦਾ ਅਰਥ ਹੋਣਾ ਸੀ ਅੰਤ ਨੂੰ, ਅੰਤ ਤੱਕ, ਅੰਤ ਅਰਥ ਹੋਣਾ ਸੀ ਉਹਦਾ, ਅਖੀਰ। ਪਰ ਧੱਦਾ ਬੋਲਣਾ ਸਭ ਨਿਧਾਨ, ਸਾਰੇ ਖਜ਼ਾਨੇ। 10 ਅਸ਼ਟ, 10 ਜਮਾ 8 ਬਰਾਬਰ ਹੈ 18। ਸੋ 10 ਅਸ਼ਟ ਦਾ ਅਰਥ ਕੀ ਹੋ ਗਿਆ? 18। ਸਿਧਾਨ ਮੈਨੇ ਸਿੱਧੀਆਂ, 18 ਸਿੱਧੀਆਂ ਮੰਨੀਆਂ ਜਾਂਦੀਆਂ ਨੇ। ਨਵ ਨਿਧੀ 18 ਸਿੱਧੀ, ਉਹਨਾਂ ਦੀ ਗੱਲ ਹੈ। ਸਾਰੇ ਖਜ਼ਾਨੇ ਤੇ 18 ਸਿੱਧੀਆਂ ਕਿੱਥੇ ਨੇ? ਠਾਕੁਰ। ਕਰ, ਕਰ ਕਹਿੰਦੇ ਨੇ ਹੱਥ ਨੂੰ। ਠਾਕੁਰ ਦੇ ਹੱਥ, ਠਾਕੁਰ ਕਰ ਤਲ, ਹੱਥ ਦੀ ਤਲੀ, ਤਲ ਮੈਨੇ ਤਲੀ। ਠਾਕੁਰ ਦੇ ਹੱਥ ਦੀ ਤਲੀ ਦੇ ਉੱਤੇ ਸਭ ਕੁਝ ਧਰੀਆਂ ਹੋਈਆਂ ਨੇ ਔਰ ਤੈਨੂੰ ਦੇਣ ਵਾਸਤੇ ਹੈ, ਤੇਰੇ ਵਾਸਤੇ ਹੈ। ਤੇ ਜੇ ਤੂੰ ਲੈਣਾ ਹੈ ਤੇ ਉਹਦੇ ਕੋਲੋਂ ਲੈਣਾ ਹੈ। ਜਦੋਂ ਤੂੰ ਉਹਦੇ ਤੇ ਭਰੋਸਾ ਰੱਖੇਗਾ ਨਾ, ਦੱਸ ਕਿਹੜੀ ਚੀਜ਼ ਦੀ ਘਾਟ ਰਹਿ ਜਾਏਗੀ ਤੇਰੇ ਜੀਵਨ ਵਿੱਚ। ਐਸਾ ਰੱਬ ਤੇਰੇ ਕੰਮ ਤੇ ਲੱਗਿਆ ਹੋਇਆ, ਤੂੰ ਚਿੰਤਾ ਕਾਹਦੇ ਵਾਸਤੇ ਕਰਦਾ ਹੈ? ਜਿਹਦੇ ਹੱਥ ਉੱਤੇ ਸਾਰੀਆਂ ਨਿਧੀਆਂ ਤੇ ਸਾਰੀਆਂ ਸਿੱਧੀਆਂ ਹੈਗੀਆਂ ਨੇ। ਠਾਕੁਰ ਕਰ ਤਲ ਧਰਿਆ। ਧਰਿਆ ਸ਼ਬਦ ਦੇ ਅਰਥ ਫਿਰ ਆਪ ਜੀ ਨੇ ਵਿਚਾਰ ਲੈਣੇ। ਜੋ ਪਹਿਲਾਂ ਧਰਿਆ ਸੀ ਵੀ ਪਹਿਲਾਂ ਹੀ ਬਣਾ ਦਿੱਤਾ। ਦੂਜਾ ਧਰਿਆ ਦਾ ਅਰਥ ਹੈ ਆਸਰਾ। ਇੱਥੇ ਧਰਿਆ ਦੇ ਤੇ ਰੱਖੇ ਹਨ। ਠਾਕੁਰ ਕਰ ਤਲ ਧਰਿਆ। ਫਿਰ ਕੀ ਕਰਨਾ ਚਾਹੀਦਾ ਹੈ? ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਆਖੇ ਪਾਲਣਹਾਰ ਪ੍ਰਭੂ, ਜਗਤ ਦੇ ਸਾਰੇ ਖਜ਼ਾਨੇ ਤੇਰੇ ਹੱਥਾਂ ਦੀ ਤਲੀਆਂ ਉੱਤੇ ਨੇ। ਹੇ ਦਾਸ ਨਾਨਕ, ਐਸੇ ਪ੍ਰਭੂ ਤੋਂ ਸਦਕੇ ਹੋ, ਕੁਰਬਾਨ ਹੋ ਤੇ ਅੰਦਰੋਂ ਆਖ
ਤੇਰੀ ਬਜ਼ੁਰਗੀ ਤੇਰੀ ਵਡਿਆਈ ਦੇ ਉਰਲੇ ਤੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ, ਤੂੰ ਬੇਅੰਤ ਕਿਰਪਾਲੂ ਹੈ। ਜਦੋਂ ਇਹ ਸ਼ਬਦ ਆਉਣ ਆਪਣੇ ਮਨ ਵਿੱਚ ਇੱਕ ਸ਼ੰਕਾ ਖੜਾ ਹੋ ਸਕਦਾ ਵੀ ਸਾਨੂੰ ਤਾਂ 4 ਬੰਦਿਆਂ ਦਾ ਪ੍ਰਬੰਧ ਕਰਨਾ ਘਰ ਵਿੱਚ ਔਖਾ ਹੈ। ਹਰ ਬੰਦਾ ਕਲਪਿਆ ਹੋਇਆ ਹੀ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ, ਭਾਵੇਂ ਕਿੱਡਾ ਹੀ ਧਨੀ ਹੋਵੇ। ਤੇ ਉਹਦੇ ਮਨ ਵਿੱਚ ਖਿਆਲ ਆਵੇਗਾ ਵੀ ਇਤਨੀ ਕਾਇਨਾਤ ਨੂੰ ਦੇਣ ਵਾਲਾ ਦਾਤਾ ਤੇ ਬੜਾ ਕਲਪਦਾ ਹੋਵੇਗਾ, ਉਹਦੇ ਪ੍ਰਬੰਧ ਕਰਨਾ ਔਖਾ ਹੋਵੇਗਾ। ਸਾਹਿਬ ਕਹਿੰਦੇ ਨਹੀਂ ਉਹਦੇ ਲਈ ਤਾਂ ਬਹੁਤ ਸੌਖਾ ਹੈ, ਉਹਨੇ ਤਾਂ ਦਾਤਾ ਤਲੀ ਤੇ ਧਰੀਆਂ ਪਈਆਂ ਨੇ। ਤਲੀ ਤੇ ਧਰਨਾ ਕੀ ਹੁੰਦਾ? ਬਹੁਤ ਸੌਖਾ। ਜਿਵੇਂ ਆਪਾਂ ਕਿਤੇ ਕਿਸੇ ਨੂੰ ਕਹਿ ਦਈਏ ਜਿਹੜਾ ਬਿਲਕੁਲ ਮੌਤ ਨੂੰ ਮਖੌਲ ਸਮਝਦਾ ਹੋਵੇ, ਅਸੀਂ ਕਹਿੰਦੇ ਉਹ ਤਾਂ ਜਿੰਦ ਤਲੀ ਤੇ ਧਰੀ ਬੈਠਾ ਹੈ, ਇਹਦਾ ਮਤਲਬ ਬਹੁਤ ਸੌਖਾ, ਬਹੁਤਾ ਕੋਈ ਔਖਾ ਨਹੀਂ ਹੈ। ਰੱਬ ਲਈ ਇਹ ਸੰਸਾਰ ਦਾ ਰਿਜ਼ਕ ਪਹੁੰਚਾਉਣਾ ਕੋਈ ਔਖਾ ਨਹੀਂ, ਉਹਦੇ ਲਈ ਬਹੁਤ ਸੁਹੇਲਾ ਕੰਮ ਹੈ। ਤੇ ਫਿਰ ਸਾਡਾ ਫਰਜ਼ ਕੀ ਬਣਦਾ ਹੈ? ਸਾਡਾ ਫਰਜ਼ ਬਣਦਾ ਹੈ ਅਸੀਂ ਚਿੰਤਾ ਨਹੀਂ ਕਰਨੀ, ਚਿੰਤਨ ਕਰਨਾ ਹੈ। ਉਹਨੂੰ ਇੱਕ ਗੱਲ ਕਹਿਣੀ, ਮੇਰੇ ਮਾਲਕਾ ਮੈਂ ਤੇਰਾ ਧੰਨਵਾਦ ਕਰਨਾ, ਤੇਰੇ ਤੋਂ ਬਲਿਹਾਰ ਜਾਣਾ, ਜਿਹੜਾ ਇਤਨੀ ਕਾਇਨਾਤ ਨੂੰ ਸਾਰੀ ਰੋਜੀ ਰੋਟੀ ਦੇ ਕੇ ਵੀ ਆਪਣੇ ਕਦੇ ਹੰਕਾਰ ਦੀ ਬਾਤ ਨਹੀਂ। ਮਨੁੱਖ ਉਹਦਾ ਸ਼ੁਕਰ ਕਰਨਾ ਸਿੱਖ ਲਵੇ, ਫਿਰ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਭੁੱਲਾ ਨਾ ਚਿਤਾਰਦੇ ਹੋਏ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।